ਇਸ ਦੇ ਨਾਲ ਹੀ ਸਾਡੀ ਇੰਡਸਟਰੀ ਦੇ ਵਿੱਚ ਰਾਤ ਕਾਫੀ ਵੱਡੀ ਨਿਊਜ਼ ਆਈ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਕਿ 15 ਮਈ 2021 ਤੱਕ ਜਿਹੜੇ ਬੱਚੇ ਫਾਈਲਾਂ ਸਬਮਿਟ ਕਰ ਦੇਣਗੇ ਉਹਨਾਂ ਦਾ ਡਿਸੀਜਨ ਅਸੀਂ 6 ਅਗਸਤ 2021 ਤੱਕ ਦਵਾਂਗੇ। ਤਿੰਨ ਮੇਜਰ ਇਨਟੇਕ ਹੁੰਦੇ ਨੇ, ਜਨਵਰੀ, ਮਈ ਤੇ ਸਪਟੈਂਬਰ। ਬਟ ਜਿਹੜਾ ਸਪਟੈਂਬਰ ਇਨਟੇਕ ਆ ਉਹ ਸਭ ਤੋਂ ਵੱਡਾ ਇਨਟੇਕ ਹੁੰਦਾ ਕਿ ਸਾਰੀਆਂ ਯੂਨੀਵਰਸਿਟੀਜ਼ ਦੇ ਕੋਲ ਜਨਵਰੀ ਜਾਂ ਮਈ ਇਨਟੇਕ ਨਹੀਂ ਹੁੰਦੇ, ਬਟ ਸਪਟੈਂਬਰ ਇਨਟੇਕ ਹੁੰਦਾ। SDS ਦੇ ਵਿੱਚ ਉਹਨਾਂ ਨੇ 3 ਚੀਜ਼ਾਂ ਮੰਗਦੇ ਨੇ ਕਿ ਤੁਹਾਡੇ ਈਚ ਮੋਡਿਊਲ 6 ਬੈਂਡ ਹੈਗੇ ਨੇ ਤਾਂ ਯੈਸ ਤੁਹਾਡੀ 1 ਸਾਲ ਦੀ ਫੀਸ ਭਰੀ ਹੋਈ ਆ। ਤੀਜਾ ਤੁਹਾਡਾ GI ਸੀਗਾ। ਜੇ ਤੁਹਾਡੇ ਕੋਲੇ ਤਿੰਨੇ ਚੀਜ਼ਾਂ ਨੇ ਤਾਂ ਫਾਈਲ ਜਾਏਗੀ SDS ਦੇ ਅੰਦਰ, ਜਿਹਦਾ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਆ। 5 ਤੋਂ 6 ਹਫ਼ਤਿਆਂ 'ਚ ਵੀਜ਼ੇ ਆਏ ਨੇ ਸਾਡੇ ਐਵਲੋਨ ਕਾਲਜ ਮੌਂਟਰੀਅਲ ਦੇ। ਸੋ ਉਹਦੇ ਵਿੱਚ ਸਾਡੇ ਹੁਣ ਵੀ ਵੀਜ਼ਾ ਆ ਰਹੇ ਨੇ, ਅੱਜ ਵੀ CAQ ਆਈਆਂ ਨੇ 20 ਦਿਨਾਂ ਦੇ ਵਿੱਚ, ਤੇ ਰਿਜ਼ਲਟ ਵੀ ਉਸ ਕਾਲਜ ਦੇ 6 ਹਫ਼ਤੇ ਦੇ ਵਿੱਚ ਆ ਰਹੇ ਨੇ। ਘੱਟੋ ਘੱਟ ਇਸ ਟਾਈਮ ਤੇ ਕੋਵਿਡ ਦੇ ਦੌਰਾਨ 8 ਤੋਂ 10 ਡਾਕੂਮੈਂਟ ਬੱਚੇ ਨੂੰ ਦੇਣੇ ਪੈਂਦੇ ਨੇ। ਉਹ ਅਸੀਂ ਆਪਣੇ ਹਰ ਬੱਚੇ ਨੂੰ ਦਿੱਤੇ, ਮੇਰੇ ਬੱਚੇ ਸੇਫਲੀ ਲੈਂਡ ਕਰਤੇ ਨੇ। ਉਹਦੇ ਵਿੱਚ ਉਸ ਦਿਨ ਦਿੱਕਤ ਆਈ ਹੈ ਕਿ ਤੁਹਾਡਾ ਵੀਜ਼ਾ ਇਨਵੈਲਿਡ ਆ, ਤੁਹਾਡਾ ਮੈਡੀਕਲ ਐਕਸਪਾਇਰ ਆ। GCK ਦੇ ਵਿੱਚ ਹਰ ਇੱਕ ਚੀਜ਼ ਅਪਲੋਡ ਹੁੰਦੀ ਆ ਕਿ ਬੱਚੇ ਦਾ ਵੀਜ਼ਾ ਇਨਵੈਲਿਡ ਆ ਜਾਂਦਾ ਵੀਜ਼ਾ ਸਟੈਂਪ ਹੋਣ ਤੋਂ ਬਾਅਦ ਵੀ। ਉਹ ਕਿਉਂ ਆਂਦਾ? ਕਿਉਂਕਿ ਤੁਹਾਡਾ ਮੈਡੀਕਲ ਐਕਸਪਾਇਰ ਹੋ ਚੁੱਕਿਆ ਹੁੰਦਾ। ਤੁਹਾਡਾ ਮੈਡੀਕਲ ਦੀ 1 ਸਾਲ ਦੀ ਵੈਲਿਡਿਟੀ ਹੁੰਦੀ ਆ। ਜਿਹੜੇ ਬੱਚਿਆਂ ਦੀਆਂ ਫਾਈਲਾਂ 8-8 ਮਹੀਨੇ ਤੋਂ ਲੱਗੀਆਂ ਉਹਨਾਂ ਦੇ 8 ਤੋਂ 9 ਮਹੀਨੇ ਤਾਂ ਨਿਕਲ ਚੁੱਕੇ ਨੇ। ਅੱਜ ਅਸੀਂ ਖੁਦ ਆਈ ਥਿੰਕ ਕਾਫੀ ਐਪਲੀਕੇਸ਼ਨਸ ਨੇ 100+ ਜਿਨ੍ਹਾਂ ਦੇ ਅਸੀਂ ਮੈਡੀਕਲ ਰੀਸਕੈਡਿਊਲ ਕੀਤੇ ਨੇ। 1 ਦਿਨ ਦੇ ਵਿੱਚ ਅਸੀਂ ਆਫਰ ਲੈਟਰ, 2 ਦਿਨ ਦੇ ਵਿੱਚ ਅਸੀਂ LOA ਦੇ ਦਿੰਦੇ ਆ। ਜਿਹੜਾ ਏਜੰਟ ਜੈਨੂਇਨ ਹੋਏਗਾ ਉਹ ਕੋਈ 1 ਰੁਪਿਆ ਪਹਿਲਾਂ ਨਹੀਂ ਲਏਗਾ, ਤੇ ਨਾ ਅਸੀਂ ਕੋਈ ਪੇਪਰ ਸਾਈਨ ਕਰਾਉਂਦੇ ਆ, ਨਾ ਅਸੀਂ 1 ਪੈਸਾ ਪਹਿਲਾਂ ਲੈਂਦੇ ਆ। ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਬਿਕਾਜ਼ ਸਾਡਾ ਇਮੀਗ੍ਰੇਸ਼ਨ ਦੇ ਨਾਲ ਵੀ ਹੈਵ ਟਰੈਵਲ ਕੰਪਨੀ ਆਲਸੋ, ਜਿਹਦੇ ਵਿੱਚ ਅਸੀਂ ਫਲਾਈਟਸ ਬੁੱਕ ਕਰਦੇ ਆ, ਕੁਆਰੰਟੀਨ ਹੋਟਲ ਬੁੱਕ ਕਰਦੇ ਆ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਯੋਗਿਤਾ। ਜੋ ਸਟੂਡੈਂਟਸ ਵਿਦੇਸ਼ ਜਾਣ ਦੇ ਚਾਹਵਾਨ ਨੇ, ਜਿਨ੍ਹਾਂ ਦੇ ਵੱਲੋਂ ਫਾਲ ਇਨਟੇਕ 2021 ਯਾਨੀ ਕਿ ਸੈਪਟੈਂਬਰ 2021 ਦੇ ਲਈ ਜੋ ਅਪਲਾਈ ਕੀਤਾ ਗਿਆ ਜਾਂ ਫਿਰ ਅਪਲਾਈ ਕਰਨਾ, ਉਹਨਾਂ ਦੇ ਮਨ ਦੇ ਵਿੱਚ ਕਈ ਸਾਰੇ ਸਵਾਲ ਨੇ ਕਿਉਂਕਿ ਕੋਵਿਡ ਦੇ ਦੌਰਾਨ ਕਈ ਸਾਰੇ ਰੂਲਸ ਜੋ ਹੈ ਚੇਂਜ ਕੀਤੇ ਗਏ ਨੇ, ਖਾਸ ਕਰ ਕੈਨੇਡਾ ਨੇ। ਸੋ ਇਹ ਕੁਝ ਸਵਾਲ ਨੇ ਜੋ ਸਟੂਡੈਂਟਸ ਦੇ ਮਨ ਦੇ ਵਿੱਚ ਚੱਲ ਰਹੇ ਨੇ। ਸੋ ਉਹਨਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਮਨਵੀਰ ਮਾਂਗੜ, ਜੋ ਕਿ ਅੰਗਦ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤੁਹਾਡਾ ਇਹ ਸਵਾਲ ਹੈ ਕਿ ਜੋ ਨਵਾਂ ਰੂਲ ਆਇਆ ਕੈਨੇਡਾ ਲਈ, ਜੋ ਸਟੂਡੈਂਟਸ ਤੇ ਇਹਦਾ ਕੀ ਇਫੈਕਟ ਪਏਗਾ? ਕਿਉਂਕਿ ਸਟੂਡੈਂਟਸ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਜੋ ਸੈਪਟੈਂਬਰ ਇਨਟੇਕ ਆ ਉਸ ਨੂੰ ਲੈ ਕੇ ਯੂਨੀਵਰਸਿਟੀਜ਼, ਕਾਲਜਿਸ, ਬਹੁਤ ਸਾਰੇ ਸਵਾਲ ਨੇ ਉਹਨਾਂ ਦੇ ਮਨ ਦੇ ਵਿੱਚ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਆਪਣੇ ਘਰੇ ਰਾਜੀ ਖੁਸ਼ੀ ਹੋਣਗੇ। ਜੋ ਐਕਚੁਅਲੀ ਫਿਰ ਤੋਂ ਕਰੋਨੇ ਦਾ ਲੋਕਡਾਊਨ ਸ਼ੁਰੂ ਹੋ ਗਿਆ, ਇਸ ਦੇ ਨਾਲ ਹੀ ਸਾਡੀ ਇੰਡਸਟਰੀ ਦੇ ਵਿੱਚ ਰਾਤ ਕਾਫੀ ਵੱਡੀ ਨਿਊਜ਼ ਆਈ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਕਿ 15 ਮਈ 2021 ਤੱਕ ਜਿਹੜੇ ਬੱਚੇ ਫਾਈਲਾਂ ਸਬਮਿਟ ਕਰ ਦੇਣਗੇ ਉਹਨਾਂ ਦਾ ਡਿਸੀਜਨ ਅਸੀਂ 6 ਅਗਸਤ 2021 ਤੱਕ ਦਵਾਂਗੇ। ਕਿਉਂਕਿ ਜੋ ਸਪਟੈਂਬਰ ਇਨਟੇਕ ਆ, ਇਟਸ ਕਾਲਡ ਫਾਲ ਇਨਟੇਕ ਇਨ ਕੈਨੇਡਾ। ਤੇ 3 ਮੇਜਰ ਇਨਟੇਕ ਹੁੰਦੇ ਨੇ, ਜਨਵਰੀ, ਮਈ ਤੇ ਸਪਟੈਂਬਰ। ਬਟ ਜਿਹੜਾ ਸਪਟੈਂਬਰ ਇਨਟੇਕ ਆ ਉਹ ਸਭ ਤੋਂ ਵੱਡਾ ਇਨਟੇਕ ਹੁੰਦਾ ਕਿ ਸਾਰੀਆਂ ਯੂਨੀਵਰਸਿਟੀਜ਼ ਦੇ ਕੋਲ ਜਨਵਰੀ ਜਾਂ ਮਈ ਇਨਟੇਕ ਨਹੀਂ ਹੁੰਦੇ, ਬਟ ਸਪਟੈਂਬਰ ਇਨਟੇਕ ਹੁੰਦਾ। ਸੋ ਬੱਚੇ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਕਿਉਂਕਿ ਕਈਆਂ ਨੇ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ, ਕਈਆਂ ਨੇ ਕਾਲਜਿਸ ਦੇ ਵਿੱਚ ਅਪਲਾਈ ਕੀਤਾ, ਤਾਂ ਉਹਨਾਂ ਨੂੰ ਰਿਵਰਟ ਨਹੀਂ ਆਇਆ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਫੀਸ ਉਹਨਾਂ ਨੇ ਭਰੀ ਹੋਈ ਹੈ, ਚਾਹੇ ਉਹ ਐਪਲੀਕੇਸ਼ਨ ਫੀਸ ਹੋਵੇ ਜਾਂ ਕੁਝ ਹੋਰ ਫੀਸ ਹੋਵੇ। ਸੋ ਉਹਨਾਂ ਨੂੰ ਜਵਾਬ ਨਹੀਂ ਮਿਲ ਰਿਹਾ ਸੀ। ਤਾਂ ਜੋ ਹੁਣ ਇਹ ਡਿਸੀਜ਼ਨ ਆਇਆ ਉਸ ਤੋਂ ਬਾਅਦ ਕੀ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ? ਸੋ ਐਕਚੁਅਲੀ ਮਾਰਨਿੰਗ ਜਦੋਂ ਰਾਤ ਦੀ ਇਹ ਨੋਟੀਫਿਕੇਸ਼ਨ ਆਈ ਆ ਕਿ 16 ਮਈ 15 ਮਈ ਤੋਂ ਅਸੀਂ ਐਪਲੀਕੇਸ਼ਨਸ ਲੈ ਕੇ 6 ਅਗਸਤ ਤੱਕ ਡਿਸੀਜਨ ਦੇਵਾਂਗੇ, ਤਾਂ ਮਾਰਨਿੰਗ ਮੈਂ 9 AM ਦਾ ਆਈ ਥਿੰਕ ਆਫਿਸ ਦੇ ਵਿੱਚ ਆ। ਕਾਫੀ ਕੁਐਰੀ ਸੀ ਬੱਚਿਆਂ ਦੀਆਂ, ਬਟ ਕੋਵਿਡ ਕਰਕੇ ਅਸੀਂ ਵੀ ਜ਼ਿਆਦਾ ਕਲਾਇੰਟ ਕਹਿ ਨਹੀਂ ਰਹੇ ਕਿ ਆਫਿਸ ਆਓ। ਸੋ ਵੀ ਆਰ ਅਵੇਲੇਬਲ ਔਨ ਜ਼ੂਮ, WhatsApp ਵੀਡੀਓ ਕਾਲ ਤੇ ਅਸੀਂ ਕੰਸਲਟੇਸ਼ਨ ਦੇ ਰਹੇ ਹਾਂ ਫ੍ਰੀ। ਕਿ ਉਹਦੇ ਵਿੱਚ ਬੱਚੇ ਇਹੀ ਪਰੇਸ਼ਾਨ ਸੀ ਕਿ 8-8 ਮਹੀਨੇ ਤੋਂ ਸਾਡਾ ਰਿਸਪੌਂਸ ਨਹੀਂ ਆ ਰਿਹਾ, ਤੇ ਹੁਣ ਇਹ ਕਹਿ ਰਹੇ ਨੇ ਕਿ ਅਸੀਂ 15 ਮਈ ਤੋਂ ਫਾਈਲਾਂ ਲੈ ਕੇ ਅਸੀਂ 5 ਅਗਸਤ ਨੂੰ 6 ਅਗਸਤ ਤੱਕ ਡਿਸੀਜਨ ਦੇ ਦਾਂਗੇ। ਤਾਂ ਸਾਡੀ ਵੀ ਇਹੀ ਸੋਚ ਹੈ ਕਿ ਜੋ ਪ੍ਰੋਟੈਸਟ ਹੋਏ ਨੇ VFS ਅੱਗੇ, ਕਿ ਬੱਚੇ ਸਾਰੇ ਬਹੁਤ ਹੀ ਜ਼ਿਆਦਾ ਫਰਸਟਰੇਟ ਨੇ ਕਿ ਕਿਸੇ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਹੈਗਾ। ਕਿੰਨਾ ਤਾਂ ਐਪਲੀਕੇਸ਼ਨ ਫੀਸਿਸ, ਕਾਲਜ ਇੰਸਟੀਟਿਊਸ਼ਨ ਫੀਸਾਂ ਗਈਆਂ ਹੋਈਆਂ ਨੇ, 8-8 ਮਹੀਨੇ ਹੋ ਗਏ ਨੇ। ਈਵਨ ਸਾਡਾ ਵੀ ਇੱਕ ਬੱਚੇ ਦਾ ਵੀਜ਼ਾ ਲਾਸਟ ਵੀਕ ਆਇਆ 18 ਮਹੀਨੇ ਬਾਅਦ, ਤੇ ਉਹ ਬੱਚੇ ਦੀ ਫਲਾਈਟ ਵੀ ਲੱਕੀਲੀ ਲਾਸਟ ਦਿਨ, ਜਿਸ ਦਿਨ ਫਲਾਈਟ ਸੀਗੀ ਅੰਮ੍ਰਿਤਸਰ ਤੋਂ ਇੱਕ ਫਲਾਈਟ ਗਈ ਆ ਜਿਹਦੇ ਵਿੱਚ 30 ਤੋਂ 40 ਬੱਚਿਆਂ ਨੂੰ ਬੋਰਡ ਨਹੀਂ ਕਰਨ ਦਿੱਤਾ ਗਿਆ, ਤੇ ਸਾਡਾ ਬੱਚਾ ਸੇਫਲੀ ਲੈਂਡ ਕੀਤਾ। ਹੀ ਵਾਜ਼ ਪਰਮਿੰਦਰ ਸਿੰਘ ਫਰੋਮ ਸੁਨਾਮ ਐਂਡ
ਹੀ ਗੋਟ ਅ ਵੀਜ਼ਾ ਫॉर TSOM ਟੋਰਾਂਟੋ ਸਕੂਲ ਆਫ ਮੈਨੇਜਮੈਂਟ। ਤੇ ਇਸ ਦਾ ਹੁਣ ਇਹੀ ਆ ਕਿ ਉਹਨਾਂ ਤੇ ਥੋੜਾ ਪ੍ਰੈਸ਼ਰ ਹੋਇਆ ਹਾਈ ਕਮਿਸ਼ਨ ਤੇ ਕਿ ਬੱਚੇ ਬਹੁਤ ਹੀ ਪਰੇਸ਼ਾਨ ਨੇ, ਫਰਸਟ੍ਰੇਟ ਨੇ, ਕੋਈ ਆਨਸਰੇਬਲ ਨਹੀਂ ਹੈਗਾ। ਹਾਈ ਕਮਿਸ਼ਨ ਨੂੰ ਅਸੀਂ ਈਮੇਲ ਕਰਦੇ ਆ, ਉਹ ਨਹੀਂ ਕੋਈ ਦੇ ਰਿਹਾ ਆਨਸਰ। ਕਾਲਜਿਸ ਤਾਂ ਲਾਈਕ ਦੇ ਹੀ ਨਹੀਂ ਰਹੇ ਜਵਾਬ, ਕਿਉਂਕਿ ਜਿਹੜੇ SDS ਕਾਲਜ ਨੇ ਉਹ ਤਾਂ ਟਾਈਮ ਹੀ ਬਹੁਤ ਲੈ ਰਹੇ ਨੇ। ਸੋ ਇਸ ਦੇ ਨਾਲ ਹੀ ਸਾਡੇ ਕੋਲ ਬਹੁਤ ਹੀ ਵਧੀਆ ਕਾਲਜਿਸ ਨੇ, 10 ਤੋਂ 20 ਕਾਲਜ ਨੇ ਜਿਹੜੇ ਅਸੀਂ ਪ੍ਰਮੋਟ ਕਰ ਰਹੇ ਹਾਂ। ਤੇ ਸਾਡਾ ਹੁਣ ਇਹੀ ਆ ਕਿ 15 ਮਈ ਤੱਕ ਉਹਨਾਂ ਨੇ ਕਿਹਾ ਕੰਪਲੀਟ ਐਪਲੀਕੇਸ਼ਨ। ਪਹਿਲੀ ਗੱਲ, ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ 2 ਤਰ੍ਹਾਂ ਦੀ ਹੁੰਦੀ ਆ, ਇੱਕ SDS ਹੁੰਦੀ ਆ, ਇੱਕ ਨਾਨ SDS ਹੁੰਦੀ ਆ। SDS ਦੇ ਵਿੱਚ ਉਹਨਾਂ ਨੇ 3 ਚੀਜ਼ਾਂ ਮੰਗਦੇ ਨੇ ਕਿ ਤੁਹਾਡੇ ਈਚ ਮੋਡਿਊਲ 6 ਬੈਂਡ ਹੈਗੇ ਨੇ ਤਾਂ ਯੈਸ, ਤੁਹਾਡੀ 1 ਸਾਲ ਦੀ ਫੀਸ ਭਰੀ ਹੋਈ ਆ, ਤੀਜਾ ਤੁਹਾਡਾ GIC ਆ। ਜੇ ਤੁਹਾਡੇ ਕੋਲੇ ਤਿੰਨੇ ਚੀਜ਼ਾਂ ਨੇ ਤਾਂ ਫਾਈਲ ਜਾਏਗੀ SDS ਦੇ ਅੰਦਰ, ਜਿਹਦਾ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਆ। ਰੀਸੈਂਟਲੀ ਸਾਡੇ ਵੀਜ਼ਾ ਆਏ ਨੇ 5-5 ਹਫ਼ਤਿਆਂ ਦੇ ਵਿੱਚ ਆਏ ਨੇ। ਇਫ ਐਨੀਬਡੀ ਵਾਂਟ ਟੂ ਸੀ ਵੀ ਕੈਨ ਸ਼ੋ them ਕਿ ਕੋਈ ਇਹਦੇ ਵਿੱਚ ਫੇਕ ਚੀਜ਼ ਨਹੀਂ ਹੈਗੀ। 5 ਤੋਂ 6 ਹਫ਼ਤਿਆਂ 'ਚ ਵੀਜ਼ੇ ਆਏ ਨੇ ਸਾਡੇ ਐਵਲੋਨ ਕਾਲਜ ਮੌਂਟਰੀਅਲ ਦੇ। ਸੋ ਜਿਸ ਤਰ੍ਹਾਂ ਤੁਸੀਂ ਮੌਂਟਰੀਅਲ ਦੀ ਗੱਲ ਕੀਤੀ, ਕਿਉਂਕਿ ਮੌਂਟਰੀਅਲ ਦੇ ਵਿੱਚ ਹੁਣ ਪਿੱਛੇ ਜੋ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਸੀ ਸਟੂਡੈਂਟਸ ਲਈ, ਕਿਉਂਕਿ ਕਈ ਉੱਥੇ ਕਾਲਜਸ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਕਈ ਸਟੂਡੈਂਟਸ ਨੇ ਜਿਨ੍ਹਾਂ ਨੇ ਹੁਣ ਇੱਥੋਂ ਅਪਲਾਈ ਕੀਤਾ ਹੋਇਆ, ਉਹਨਾਂ ਦੇ ਲਈ ਹੁਣ ਅੱਗੇ ਕੀ ਆਪਸ਼ਨ ਹੈ, ਉਹ ਕਿਸ ਤਰ੍ਹਾਂ ਆਪਣਾ ਬਚਾਅ ਕਰ ਸਕਦੇ ਨੇ, ਜਾਂ ਫਿਰ ਜੋ ਸਟੂਡੈਂਟਸ ਆਲਰੇਡੀ ਉੱਥੇ ਸਟੱਡੀ ਕਰ ਰਹੇ ਸੀ ਉਹਨਾਂ ਕਾਲਜਸ ਦੇ ਵਿੱਚ। ਮੌਂਟਰੀਅਲ ਦੀ ਆਈ ਵਾਜ਼ ਐਟ ਟੋਰਾਂਟੋ ਔਨ 30th December 2020। ਮੈਂ ਉਸ ਦਿਨ ਵਿਨੀਪੈਗ ਤੋਂ ਆਇਆ ਸੀ ਤੇ ਉਸ ਦਿਨ ਹੀ ਨਿਊਜ਼ ਆਈ ਕਿ 10 ਕਾਲਜ ਸਸਪੈਂਡ ਹੋ ਗਏ। ਸਾਡੀਆਂ ਵੀ ਉਸ ਟਾਈਮ ਤੇ ਥੋੜੀਆਂ ਫਾਈਲਸ ਸੀਗੀਆਂ, 25 ਤੋਂ 30 ਫਾਈਲਸ ਫਿਰ ਵੀ ਸੀਗੀਆਂ ਉਹਦੇ ਵਿੱਚ, ਤੇ ਬੜੀ ਪਰੇਸ਼ਾਨੀ ਹੋਇਆ। ਇਟ ਵਾਜ਼ ਲਾਈਕ ਵਰਸਟ ਟਾਈਮ। ਪਹਿਲੀ ਵਾਰ ਇਮੀਗ੍ਰੇਸ਼ਨ 'ਚ ਹੋਇਆ ਕਿ ਇੱਦਾਂ ਕਾਲਜ ਸਸਪੈਂਡ ਹੋਏ ਨੇ, ਪਲੱਸ ਹੁਣ ਕਾਲਜਿਸ ਸਸਪੈਂਡ ਹੋਏ ਨੇ। ਮੈਨੂੰ ਅੱਜ ਵੀ ਕਿਸੇ ਸਬ ਏਜੰਟਸ ਦੀਆਂ ਕਾਲਸ ਆਈਆਂ ਕਿ ਸਾਡੀਆਂ 40 ਐਪਲੀਕੇਸ਼ਨਸ ਨੇ ਕੈਨੇਡਾ ਕਾਲਜ 'ਚ, ਸਾਡੀਆਂ 30 CDI 'ਚ ਨੇ। ਸੋ ਵੀ ਹੈਵ ਟੂ ਡੂ ਸਮਥਿੰਗ ਕਿ 8-8 ਮਹੀਨੇ ਹੋ ਗਏ ਨੇ ਅਸੀਂ, ਕਿਉਂਕਿ ਫੀਸ ਵੀ ਚਲੇਗੀ, ਬੱਚੇ ਵੇਟ ਕਰ ਰਹੇ ਵੀਜ਼ਾ ਦਾ, ਵੇਟ ਕਰ ਰਹੇ ਨੇ। ਤੇ ਉਹਨਾਂ ਦਾ ਹਜੇ ਤੱਕ 30 ਮਾਰਚ ਤੱਕ ਦਾ ਉਹਨਾਂ ਨੂੰ 90 ਦਿਨਾਂ ਦਾ ਟਾਈਮ ਦਿੱਤਾ ਸੀ ਸਸਪੈਂਸ਼ਨ ਅਪਲਿਫਟ ਹੋਣ ਦੇ ਲਈ, ਬਟ ਉਹਦੇ ਵਿੱਚ ਵੀ ਹਜੇ ਕੁਛ ਨਹੀਂ ਰਿਜ਼ਲਟ ਨਿਕਲਿਆ। ਸੋ ਇਹੀ ਉਹਦਾ ਵੀ ਅਸੀਂ ਜੋ ਸੈਕੰਡ ਆਪਸ਼ਨ ਨਿਕਲੀ ਆ ਕਿ ਸਾਡੇ ਕੋਲ ਕਾਲਜ ਆ, ਬਹੁਤ ਹੀ ਵਧੀਆ ਕਾਲਜਸ ਨੇ ਮੌਂਟਰੀਅਲ ਦੇ ਵਿੱਚ। ਵੀ ਹੈਵ ਐਵਲੋਨ ਕਾਲਜ ਤੇ 3 ਪ੍ਰੋਗਰਾਮ ਨੇ। ਫਸਟ ਇਜ਼ IBM, ਦੈਟ ਇਜ਼ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਦੈਨ ਅਕਾਊਂਟਿੰਗ ਫਾਈਨੈਂਸ਼ੀਅਲ ਮੈਨੇਜਮੈਂਟ, ਦੈਨ ਐਗਜ਼ੈਕਟਿਵ ਅਸਿਸਟੈਂਟ। ਸੋ ਉਹਦੇ ਵਿੱਚ ਸਾਡੇ ਹੁਣ ਵੀ ਵੀਜ਼ਾ ਆ ਰਹੇ ਨੇ, ਅੱਜ ਵੀ CAQ ਆਈਆਂ ਨੇ 20 ਦਿਨਾਂ ਦੇ ਵਿੱਚ, ਤੇ ਰਿਜ਼ਲਟ ਵੀ ਉਸ ਕਾਲਜ ਦੇ 6-6 ਹਫ਼ਤੇ ਦੇ ਵਿੱਚ ਆ ਰਹੇ ਨੇ। ਉਹ ਕੁਝ ਕਾਲਜਿਸ ਦੀਆਂ ਆਪਾਂ ਮਿਸਟੇਕਸ ਨਹੀਂ ਕਹਿ ਸਕਦੇ ਕਿ ਜਿਸ ਕਰਕੇ ਸਸਪੈਂਸ਼ਨ ਹੋਈ ਆ, ਦੇ ਨੋ ਬੈਟਰ ਦੈਨ ਅਸ। ਸੋ ਉਸ ਦਾ ਹੁਣ ਇਹੀ ਹੈਗਾ ਉਹਦੀ ਸੈਕੰਡ ਓਪੀਨੀਅਨ ਸਾਡਾ ਕਿ ਜਾਂ ਤਾਂ ਬੱਚੇ ਫਾਈਲਸ ਵਿਦਡਰਾਅ ਕਰਾ ਲੈਣ। ਅਗਰ ਕੋਈ ਏਜੰਟ ਤੋਂ ਵੀ ਫਾਈਲ ਲੱਗੀ ਆ, ਕਿਸੇ ਏਜੰਟ ਨੂੰ ਵੀ ਹੈਲਪ ਚਾਹੀਦੀ ਆ ਕਿ ਹਾਊ ਟੂ ਡੂ ਥੀਸ ਥਿੰਗਸ, ਬਿਕਾਜ਼ ਆਈ ਹੈਵ ਡਨ ਮਾਈ ਸਟੱਡੀਜ਼ ਫਰੋਮ CDI ਕਾਲਜ ਮਿਸੀਸਾਗਾ ਇਮੀਗ੍ਰੇਸ਼ਨ ਲਾਅ ਦੀ, ਕਿ ਆਪਾਂ ਫਾਈਲ ਨੂੰ ਵਿਦਡਰਾਅ ਕਿੱਦਾਂ ਕਰਾ ਸਕਦੇ ਹਾਂ। ਅਗਰ ਕਿਸੇ ਸਬ ਏਜੰਟ ਨੇ ਪੁੱਛਣਾ, ਕਿਸੇ ਬੱਚੇ ਨੇ ਪੁੱਛਣਾ ਕਿ ਫਾਈਲ ਨੂੰ ਕਿਵੇਂ ਵਿਦਡਰਾਅ ਕਰਾ ਸਕਦੇ ਹਾਂ, ਜਾਂ ਉਸ ਦੇ ਵਿੱਚ ਆਪਾਂ DLI ਨੰਬਰ ਲੱਗੀ ਹੋਈ ਫਾਈਲ 'ਚ ਵੀ ਅਪਲੋਡ ਕਰ ਸਕਦੇ ਹਾਂ ਕਿ ਸਾਡੇ ਕੋਲ ਤੁਸੀਂ ਆਪਣੀ ਫਾਈਲ ਲੈ ਕੇ ਆਓ, GC ਕੀ ਲੈ ਕੇ ਆਓ। GC ਕੀ ਜਿੱਥੇ ਪੋਰਟਲ ਦੇ ਵਿੱਚ ਫਾਈਲ ਲੌਜ ਹੁੰਦੀ ਹੈ, ਦੈਟ ਇਜ਼ ਕਾਲਡ GC ਕੀ, ਉਹਦੇ ਲੌਗਇਨ ਐਸੈਂਸ਼ੀਅਲਸ ਹੁੰਦੇ ਨੇ, ਉਹ ਲੈ ਕੇ ਆਓ ਤੁਸੀਂ। ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਜੋ DLI ਨੰਬਰ ਅਪਲੋਡ ਕਰਨਾ, ਨਿਊ ਆਫਰ ਲੈਟਰ, ਨਿਊ ਲੈਟਰ ਆਫ ਅਸੈਪਟੈਂਸ ਦੇ ਨਾਲ ਅਸੀਂ ਆਪਣਾ DLI ਨੰਬਰ ਅਪਲੋਡ ਕਰਾਂਗੇ ਇਮੀਗ੍ਰੇਸ਼ਨ ਦੇ ਵਿੱਚ। ਸੋ ਮਤਲਬ ਉਹ ਸੇਫ ਸਾਈਡ, ਉਹ ਹੱਲੇ ਵੀ ਇੱਕ ਆਪਸ਼ਨ ਉਹਨਾਂ ਕੋਲ ਸੇਫ ਹੈ। ਹਾਂਜੀ, ਕਿਉਂਕਿ ਹਜੇ ਵੀ ਸਟਿਲ ਬੜਾ ਲੋਕਾਂ ਨੂੰ ਹੈ ਕਿ ਵੀਜ਼ਾ ਆ ਜਾਣਗੇ, ਬਟ ਇਹ ਚੀਜ਼ਾਂ ਹੁੰਦਿਆਂ ਨੂੰ ਮਾਰਚ ਲੰਘ ਗਿਆ ਸਾਰਾ, ਦੈਨ April ਵੀ ਲੰਘ ਗਿਆ, ਬਟ ਹਜੇ ਵੀ ਕੋਈ ਡਿਸੀਜਨ ਨਹੀਂ ਆ ਰਹੇ। ਸੋ ਦਿਸ ਇਜ਼ ਰੀਅਲੀ ਗੁੱਡ ਆਪਸ਼ਨ ਕਿ ਆਪਾਂ DLI ਹਾਈ ਕਮਿਸ਼ਨ ਨੂੰ ਆਪਾਂ ਰਿਕੁਐਸਟ ਕਰ ਸਕਦੇ ਹਾਂ ਕਿ ਸਾਡਾ DLI ਨੰਬਰ ਚੇਂਜ ਕੀਤਾ ਜਾਵੇ। ਵੀ ਆਰ ਸੋ ਫਰਸਟ੍ਰੇਟਡ ਫਰੋਮ ਥੀਸ ਥਿੰਗਸ ਵਿਚ ਆਰ ਗੋਇੰਗ ਔਨ। ਸੋ ਇਹ ਸੀ ਸੇਫ ਸਾਈਡ ਦੀ ਗੱਲ, ਜੋ ਸਟੂਡੈਂਟਸ ਲਈ ਸੇਫ ਆਪਸ਼ਨ ਹਜੇ ਵੀ ਅਵੇਲੇਬਲ ਹੈ। ਪਰ ਹੁਣ ਗੱਲ ਉਸ ਮੁੱਦੇ ਦੀ ਕਰਦੇ ਹਾਂ, ਕਿਉਂਕਿ ਹੁਣ ਜੋ ਪਿੱਛੇ ਦੇਖਿਆ ਗਿਆ ਕਈ ਸਟੂਡੈਂਟਸ ਜਿਨ੍ਹਾਂ ਨੇ ਕੈਨੇਡਾ ਲੈਂਡ ਕਰਨਾ ਸੀ, ਕੈਨੇਡਾ ਜਾਣਾ ਸੀ, ਜੋ ਸਟੂਡੈਂਟ ਸਪੈਸ਼ਲੀ ਉਹ ਸੀ, ਪਰ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਕਿਉਂਕਿ ਫਲਾਈਟਸ ਰੋਕ ਦਿੱਤੀਆਂ ਗਈਆਂ ਨੇ ਕੈਨੇਡਾ ਦੇ ਵੱਲੋਂ। ਤੇ ਹੁਣ ਉਸ ਨੂੰ ਲੈ ਕੇ ਵੀ ਹੁਣ ਬੱਚਿਆਂ ਦੇ ਵਿੱਚ ਬਹੁਤ ਸਾਰੇ ਡਾਊਟਸ ਬਣੇ ਹੋਏ ਨੇ ਕਿ ਜਿਨ੍ਹਾਂ ਨੇ ਮਈ ਦੇ ਵਿੱਚ ਕਲਾਸਿਸ ਸ਼ੁਰੂ ਹੋਣੀਆਂ ਸੀ, ਹੁਣ ਕਦੋਂ ਉਹਨਾਂ ਨੂੰ ਆਪਸ਼ਨ ਉਹ ਮਿਲੇਗੀ ਕਿ ਕੀ ਉਹ ਦੁਬਾਰਾ ਕੈਨੇਡਾ ਜਾ ਸਕਣਗੇ। ਇਸ ਚੀਜ਼ ਨੂੰ ਲੈ ਕੇ ਵੀ ਕਈ ਸਾਰੇ ਸਵਾਲ ਨੇ ਸਟੂਡੈਂਟਸ ਦੇ ਮਨ ਦੇ ਵਿੱਚ। ਸੋ ਪਹਿਲੀ ਗੱਲ ਫਲਾਈਟਸ ਦੀ ਕਿ ਹਜੇ 22 ਮਈ ਤੱਕ ਉਹਨਾਂ ਨੇ ਫਲਾਈਟਸ ਕਲੋਜ਼ ਕੀਤੀਆਂ ਨੇ। ਉਸ ਬਾਰੇ ਤਾਂ ਸਾਡੇ ਕੋਲ ਵੀ ਕੋਈ ਹਜੇ ਨੌਲੇਜ ਨਹੀਂ ਕਿ ਫਲਾਈਟਸ ਰੀਓਪਨ ਹੋਣਗੀਆਂ ਜਾਂ ਨਹੀਂ ਹੋਣਗੀਆਂ, ਬਟ ਸੇਫ ਸਾਈਡ ਦੇ ਲਈ ਬੱਚਿਆਂ ਨੂੰ ਇਹੀ ਰਿਕੁਐਸਟ ਆ ਕਿ ਉਹ ਆਪਣੀਆਂ ਆਨਲਾਈਨ ਕਲਾਸਿਸ ਲਗਾਉਣ। ਕਿ ਅਗਰ ਇੰਟਰਨੈਟ ਦੀ ਵੀ ਪ੍ਰੋਬਲਮ ਆ, 2 to 3 days ਕਲਾਸਿਸ ਨੇ, ਤੁਸੀਂ ਕਿਸੇ ਕੈਫੇ 'ਚ ਜਾਓ, ਤੁਸੀਂ ਆਫਿਸ ਜਾਓ,
ਅਗਰ ਜਿਹੜੇ ਸਾਡੇ ਬੱਚੇ ਅਸੀਂ ਉਹਨਾਂ ਲਈ ਇੰਨੀ ਹੈਲਪ ਕਰ ਰਹੇ ਹਾਂ ਕਿ ਅਸੀਂ ਆਪਣੇ ਹੋਰ ਆਫਿਸ ਨੂੰ ਅਪਗ੍ਰੇਡ ਕਰਤਾ, ਉੱਥੇ ਕਲਾਸਰੂਮ ਬਣਾਤੇ ਨੇ, ਕਿਸੇ ਨੇ ਕਲਾਸਿਸ ਲਾਉਣੀਆਂ ਸਾਡੇ ਕੋਲ ਆ ਕੇ ਹਾਈ ਸਪੀਡ ਇੰਟਰਨੈਟ ਆ ਉੱਥੇ ਕਲਾਸਿਸ ਲਗਾ ਸਕਦੇ ਹੋ। ਤੇ ਸੈਕੰਡਲੀ ਗੱਲ ਜਿਹੜੀ ਫਲਾਈਟਸ ਕੈਂਸਲ ਹੋਈਆਂ ਸੀ ਉਸ ਦਿਨ ਅੰਮ੍ਰਿਤਸਰ ਤੋਂ ਫਲਾਈਟ ਸੀਗੀ ਸਪਾਈਸ ਜੈਟ ਦੀ, ਉਹਦੇ ਵਿੱਚ ਬੜੀ ਪ੍ਰੋਬਲਮ ਆਈ, ਬੜੇ ਆਈ ਥਿੰਕ 30 to 40 ਸਟੂਡੈਂਟਸ ਉਹਨਾਂ ਨੇ ਆਫਲੋਡ ਕੀਤੇ। ਬਿਲਕੁਲ ਬੜਾ ਹੀ ਉਸ ਦਿਨ ਅਸੀਂ ਵੀ ਸਾਰੀ ਰਾਤ ਜਾਗਦੇ ਰਹੇ ਹਾਂ ਕਿਉਂਕਿ ਮੇਰੇ ਉਸ ਫਲਾਈਟ ਦੇ ਵਿੱਚ 7 ਤੋਂ 8 ਬੱਚੇ ਸੀ ਐਂਡ ਉਹ ਸਾਰੇ ਸੇਫਲੀ ਲੈਂਡ ਕੀਤੇ ਨੇ। ਦੇ ਆਰ ਫਰੋਮ ਟੀਸੋਮ ਕਾਲਜ ਸੀ, ਟੋਰਾਂਟੋ ਸਕੂਲ ਆਫ ਮੈਨੇਜਮੈਂਟ ਅਕੈਡਮੀ ਆਫ ਲਰਨਿੰਗ ਦੇ ਸੀ, ਕੈਨਾਡੋਰ ਦੇ ਸੀ, ਐਵਲੋਨ ਕਾਲਜ ਦੇ ਸੀ। ਐਕਚੁਅਲੀ ਆਈ ਡੋਂਟ ਵਾਂਟ ਟੂ ਸੇ ਕਿ ਜੋ ਵੀ ਏਜੰਟਸ ਨੇ ਉਹਨਾਂ ਨੂੰ ਡਾਕੂਮੈਂਟੇਸ਼ਨ ਪੂਰੀ ਨਹੀਂ ਦੇ ਰਹੇ ਬੱਚੇ ਨੂੰ, ਕਿ ਉਹਨਾਂ ਨੂੰ ਡਾਕੂਮੈਂਟੇਸ਼ਨ ਦਾ ਨਹੀਂ ਨੌਲੇਜ ਕਿ ਕੀ ਡਾਕੂਮੈਂਟ ਦੇਣੇ ਆ। ਘੱਟੋ ਘੱਟ ਇਸ ਟਾਈਮ ਤੇ ਕੋਵਿਡ ਦੇ ਦੌਰਾਨ 8 ਤੋਂ 10 ਡਾਕੂਮੈਂਟ ਬੱਚੇ ਨੂੰ ਦੇਣੇ ਪੈਂਦੇ ਨੇ। ਉਹ ਅਸੀਂ ਆਪਣੇ ਹਰ ਬੱਚੇ ਨੂੰ ਦਿੱਤੇ, ਮੇਰੇ ਬੱਚੇ ਸੇਫਲੀ ਲੈਂਡ ਕਰਤੇ ਨੇ। ਉਹਦੇ ਵਿੱਚ ਉਸ ਦਿਨ ਦਿੱਕਤ ਆਈਆਂ ਕਿ ਤੁਹਾਡਾ ਵੀਜ਼ਾ ਇਨਵੈਲਿਡ ਆ, ਤੁਹਾਡਾ ਮੈਡੀਕਲ ਐਕਸਪਾਇਰ ਆ। GC ਕੀ ਦੇ ਵਿੱਚ ਹਰ ਇੱਕ ਚੀਜ਼ ਅਪਲੋਡ ਹੁੰਦੀ ਆ ਕਿ ਬੱਚੇ ਦਾ ਵੀਜ਼ਾ ਇਨਵੈਲਿਡ ਆ ਜਾਂਦਾ, ਵੀਜ਼ਾ ਸਟੈਂਪ ਹੋਣ ਤੋਂ ਬਾਅਦ ਵੀ। ਉਹ ਕਿਉਂ ਆਂਦਾ? ਕਿਉਂਕਿ ਤੁਹਾਡਾ ਮੈਡੀਕਲ ਐਕਸਪਾਇਰ ਹੋ ਚੁੱਕਿਆ ਹੁੰਦਾ। ਪਹਿਲਾਂ ਇਹ ਰੂਲ ਨਹੀਂ ਸੀਗਾ ਬਟ ਬਿਕਾਜ਼ ਆਫ ਕੋਵਿਡ ਹੈਲਥ ਦੀਆਂ ਇਨਸਟਰਕਸ਼ਨਸ ਆਈਆਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ, ਦੈਨ ਦੇਰ ਇਜ਼ ਕੈਨੇਡੀਅਨ ਹੈਲਥ ਡਿਪਾਰਟਮੈਂਟ, ਉਹਨਾਂ ਨੇ ਇਹੀ ਕਿਹਾ ਵਾ ਕਿ ਤੁਹਾਡਾ ਮੈਡੀਕਲ ਸ਼ੁੱਡ ਬੀ ਇਨ ਦ ਡੇਟ ਵੈਲਿਡਿਟੀ ਹੋਣੀ ਚਾਹੀਦੀ ਹੈ, ਐਕਸਪਾਇਰੀ ਨਹੀਂ ਹੋਣੀ ਚਾਹੀਦੀ। ਸੋ ਉਹ ਬੱਚਿਆਂ ਦੇ ਮੈਡੀਕਲ ਐਕਸਪਾਇਰ ਹੋਏ, ਉਹਨਾਂ ਦਾ ਵੀਜ਼ਾ ਇਨਵੈਲਿਡ ਹੋ ਗਿਆ। ਸਾਡਾ ਵੀ ਇੱਕ ਬੱਚਾ ਗਿਆ ਸੀਗਾ ਬਿਕਾਜ਼ ਉਸਨੇ ਆਪਣੇ ਆਪ ਹੀ ਫਲਾਈਟ ਕਰਾ ਲਈ ਤੇ ਉਸਨੇ ਪੁੱਛਿਆ ਨਹੀਂ ਸੀਗਾ, ਦੈਨ ਉਸ ਨੂੰ ਨਹੀਂ ਬੋਰਡ ਹੋਇਆ ਉਸ ਦਿਨ। ਆਈ ਥਿੰਕ ਏਅਰ ਕੈਨੇਡਾ ਦੀ ਫਲਾਈਟ ਸੀ ਉਹਦੀ, ਵੈਨਕੂਵਰ ਦੀ, ਤੇ ਉਹ ਆਇਆ। ਦੈਨ ਅਸੀਂ ਸਾਰਾ ਕੋਰਸਪੋਂਡੈਂਸ ਕੀਤੀ ਇਮੀਗ੍ਰੇਸ਼ਨ ਦੇ ਨਾਲ, ਤੇ ਇਮੀਗ੍ਰੇਸ਼ਨ ਤੋਂ ਸਾਨੂੰ ਪ੍ਰੋਪਰਲੀ ਰਿਪਲਾਈ ਆਇਆ ਕਿ ਇਸ ਬੱਚੇ ਦਾ ਜੋ ਮੈਡੀਕਲ ਆ ਉਹ ਐਕਸਪਾਇਰ ਹੋ ਚੁੱਕਿਆ, ਉਸ ਦਾ ਮੈਡੀਕਲ ਦੁਬਾਰਾ ਕਰਾਓ। ਤੇ ਮੈਡੀਕਲ ਦੁਬਾਰਾ ਕਰਾਉਣ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਇੱਕ ਡਾਕੂਮੈਂਟ ਭੇਜਾਂਗੇ, ਟਰੈਵਲ ਡਾਕੂਮੈਂਟ, ਦੈਨ ਤੁਸੀਂ ਆਪਣਾ ਟਰੈਵਲ ਕਰ ਸਕਦੇ ਹੋ। ਸੋ ਮੇਨ ਥਿੰਗ ਅੱਜ ਜੋ ਚੱਲ ਰਹੀ ਆ ਕਿ ਤੁਹਾਡਾ ਮੈਡੀਕਲ ਦੀ 1 ਸਾਲ ਦੀ ਵੈਲਿਡਿਟੀ ਹੁੰਦੀ ਆ। ਹੁਣ ਜਿਹੜੇ ਬੱਚਿਆਂ ਦੀਆਂ ਫਾਈਲਾਂ 8-8 ਮਹੀਨੇ ਤੋਂ ਲੱਗੀਆਂ ਉਹਨਾਂ ਦੇ 8 ਤੋਂ 9 ਮਹੀਨੇ ਤਾਂ ਨਿਕਲ ਚੁੱਕੇ ਨੇ। ਅੱਜ ਅਸੀਂ ਖੁਦ ਆਈ ਥਿੰਕ ਕਾਫੀ ਐਪਲੀਕੇਸ਼ਨਸ ਨੇ 100+ ਜਿਨ੍ਹਾਂ ਦੇ ਅਸੀਂ ਮੈਡੀਕਲ ਰੀਸਕੈਜੂਲ ਕੀਤੇ ਨੇ। ਮੈਡੀਕਲਸ ਦੀਆਂ ਇਹ ਵੀ ਮੈਂ ਸੁਜੈਸ਼ਨ ਦੇ ਰਿਹਾ ਕਿ ਮੈਡੀਕਲ ਦੀਆਂ ਡੇਟਸ ਬੁੱਕ ਕਰ ਲਓ। ਅਸੀਂ ਅੱਜ ਮਾਰਨਿੰਗ ਤੇ ਕਰ ਰਹੇ ਹਾਂ ਕਿ ਮੰਡੇ, ਟਿਊਜ਼ਡੇ, ਵੈਨਸਡੇ ਅਸੀਂ ਲੁਧਿਆਣੇ ਦੀਆਂ ਕੀਤੀਆਂ ਤੇ ਉਹ ਥਰਸਡੇ ਤੇ ਪਹੁੰਚ ਗਿਆ। ਮੰਡੇ, ਟਿਊਜ਼ਡੇ, ਵੈਨਸਡੇ ਸੋਲਡ ਆਊਟ ਫॉर ਮੈਡੀਕਲ ਹਸਪੀਟਲ। ਸੋ ਆਪਣਾ ਮੈਡੀਕਲ ਦੀਆਂ ਡੇਟਸ ਬੁੱਕ ਕਰ ਲਓ ਕਿਉਂਕਿ 16-15 ਮਈ ਤੱਕ ਇੱਕ ਤਰ੍ਹਾਂ ਦਾ ਬਹੁਤ ਹੀ ਜ਼ਿਆਦਾ ਰਸ਼ ਪੈ ਜਾਣਾ, ਤੁਹਾਨੂੰ ਮੈਡੀਕਲ ਦੀ ਡੇਟ ਨਹੀਂ ਮਿਲਣੀ ਹੈਗੀ। ਸੋ ਤੁਸੀਂ ਆਪਣੀ ਫਾਈਲ ਨੂੰ ਕੰਪਲੀਟ ਰੱਖੋ। ਫਾਈਲ ਦੇ ਵਿੱਚ ਡਾਕੂਮੈਂਟੇਸ਼ਨਸ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਕੰਪਲੀਟ ਹੋਣੀ ਚਾਹੀਦੀ ਹੈ। ਹਾਂਜੀ, ਕਿਉਂਕਿ ਜਿਹੜੇ SDS ਕਾਲਜਸ ਨੇ ਉਹ ਬੜਾ ਹੀ ਟਾਈਮ ਲੈ ਰਹੇ ਨੇ ਇਸ ਟਾਈਮ ਤੇ ਆਫਰ ਲੈਟਰ ਦੇਣ ਨੂੰ। ਬਟ ਜੋ ਸਾਡੇ ਕੋਲ ਆਪਸ਼ਨਸ ਨੇ, ਇੱਕ ਨਿਊ ਸਿਸਟਮ ਆਇਆ ਪਾਥਵੇ ਸਿਸਟਮ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਉਸ ਬਾਰੇ ਕਿ ਪਾਥਵੇ ਸਿਸਟਮ ਦੇ ਵਿੱਚ ਕੀ ਹੁੰਦਾ। ਪਾਥਵੇ ਸਿਸਟਮ 'ਚ ਕੀ ਆ, ਪਹਿਲਾ ਸਾਲ ਤੁਹਾਡਾ ਪ੍ਰਾਈਵੇਟ ਕਾਲਜ 'ਚ ਪੜ੍ਹਾਇਆ ਜਾਂਦਾ ਵਾ, ਜਿੱਦਾਂ ਆਪਾਂ ਲੁਧਿਆਣੇ ਵੀ ਖਾਲਸਾ ਕਾਲਜ ਪੜ੍ਹ ਲਓ ਜਾਂ ਕਿਤੇ ਵੀ ਪੜ੍ਹ ਲਓ ਤਾਂ ਆਪਾਂ ਨੂੰ ਡਿਗਰੀ ਮਿਲਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ। ਸੋ ਇਸ ਤਰ੍ਹਾਂ ਸਾਡੇ ਕੋਲ ਵੈਨਕੂਵਰ ਦੇ ਵਿੱਚ, ਟੋਰਾਂਟੋ 'ਚ ਪਾਥਵੇ ਦੇ ਨਾਲ ਪ੍ਰੋਗਰਾਮ ਨੇ ਕਿ ਪਹਿਲਾ ਸਾਲ ਤੁਸੀਂ ਪੜ੍ਹੋ। ਫਸਟ ਐਗਜ਼ਾਮਪਲ ਹੈ ਕਿ ਪਹਿਲਾ ਸਾਲ ਗ੍ਰੈਨਵਿਲ ਕਾਲਜ ਆਇਆ ਸਾਡੇ ਕੋਲ ਵੈਨਕੂਵਰ ਦੇ ਵਿੱਚ, ਦੇ ਹੈਵ ਡਿਪਲੋਮਾ ਇਨ ਹੋਟਲ ਮੈਨੇਜਮੈਂਟ। ਸੋ ਫਸਟ ਈਅਰ ਯੂ ਵਿਲ ਸਟੱਡੀ ਇਨ ਗ੍ਰੈਨਵਿਲ ਕਾਲਜ, ਸੈਕੰਡ ਈਅਰ ਯੂ ਵਿਲ ਮੂਵ ਟੂ VCC ਦੈਟ ਇਜ਼ ਵੈਨਕੂਵਰ ਕਮਿਊਨਿਟੀ ਕਾਲਜ, ਜੋ ਸਰਕਾਰੀ ਹੈ, ਜੋ ਸਰਕਾਰੀ ਕਾਲਜ ਆ। ਤੇ ਉਸ ਵਿੱਚ ਕੀ ਆ, ਤੁਹਾਨੂੰ ਡਿਪਲੋਮਾ ਮਿਲੇਗਾ VCC ਦਾ 2 ਇਅਰਸ ਦਾ। ਦੇ ਹੈਵ ਆਰਟੀਕੂਲੇਸ਼ਨ, ਉਸ ਨੂੰ ਕਹਿੰਦੇ ਨੇ ਆਰਟੀਕੂਲੇਸ਼ਨ, ਕਿ ਗ੍ਰੈਨਵਿਲ ਦੀ ਆਰਟੀਕੂਲੇਸ਼ਨ ਆ VCC ਦੇ ਨਾਲ। ਸੋ 2 ਸਾਲ ਦਾ ਤੁਹਾਨੂੰ ਡਿਪਲੋਮਾ ਮਿਲੇਗਾ VCC ਤੋਂ, ਦੈਨ ਯੂ ਵਿਲ ਗੈਟ 3 ਈਅਰ ਪੋਸਟ ਗ੍ਰੈਜੂਏਟ ਵਰਕ ਪਰਮਿਟ। ਉਸ ਦੀ ਆਫਰ ਲੈਟਰ ਨਹੀਂ ਆ ਰਹੀ ਬੱਚਿਆਂ ਦੀ SDS ਕਾਲਜਸ ਤੋਂ, ਬਿਕਾਜ਼ ਕਾਲਜਸ ਤੇ ਇੰਨਾ ਪ੍ਰੈਸ਼ਰ ਪੈ ਗਿਆ 15 ਮਈ ਦਾ, ਉਹਨਾਂ ਤੋਂ ਮੈਨ ਪਾਵਰ ਨਹੀਂ ਹੈ ਕੈਨੇਡਾ ਦੇ ਵਿੱਚ, ਘਰੇ ਬੈਠੇ ਕੰਮ ਕਰ ਰਹੇ ਨੇ, ਉੱਪਰੋਂ ਲੋਕਡਾਊਨ ਲੱਗ ਗਿਆ। ਆਟਵਾ ਹਾਈ ਕਮਿਸ਼ਨ ਦਾ ਵੀ ਸੁਣਨ 'ਚ ਆਇਆ ਕਿ ਦੇ ਆਰ ਵਰਕਿੰਗ ਫਰੋਮ ਹੋਮ। ਸੋ ਸਾਡੇ ਕੋਲ ਜੋ ਕਾਲਜਸ ਨੇ ਪਾਥਵੇ ਦੇ, ਉਹਦੇ ਵਿੱਚ ਅਸੀਂ ਮੈਕਸਿਮਮ 2 to 3 ਆਵਰਸ ਉਹਦੀ ਆਫਰ ਲੈਟਰ ਦੇ ਦਿੰਦੇ ਹਾਂ। ਰਿਕੁਆਇਰਮੈਂਟਸ ਕੀ ਨੇ, ਕਿਹੜੇ ਸਟੂਡੈਂਟਸ ਹੈ ਜੋ ਪਾਥਵੇ ਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਕੀ ਉਹਨਾਂ ਨੂੰ ਬੈਨੀਫਿਟ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਕੀ ਮਿਲੇਗਾ? ਜੋ ਗ੍ਰੈਨਵਿਲ ਕਾਲਜ ਆ ਉਸ ਦੇ ਵਿੱਚ ਸਾਡੇ ਕੋਲ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਆ। ਉਸ ਦੇ ਵਿੱਚ ਐਜ਼ ਸੱਚ ਕੋਈ ਨਹੀਂ ਕਿ ਗ੍ਰੈਜੂਏਸ਼ਨ ਬੱਚਾ ਹੀ ਜਾ ਸਕਦਾ, ਜਾਂ +2 ਆਰਟਸ ਵਾਲੇ ਵੀ ਜਾ ਸਕਦੇ ਨੇ, ਬਿਜ਼ਨਸ ਵਾਲੇ ਵੀ ਜਾ ਸਕਦੇ ਨੇ, ਦੈਨ ਕਿਸੇ ਨੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਉਹ ਵੀ ਜਾ ਸਕਦਾ। ਤੇ ਉਹਦੀ ਰਿਕੁਆਇਰਮੈਂਟ ਆ 6 ਬੈਂਡਸ ਓਵਰਆਲ, ਐਂਡ ਇੱਕ ਮੋਡਿਊਲ ਦੇ ਵਿੱਚੋਂ ਜੇ 5.5 ਆ ਅਸੀਂ ਉਹ ਵੀ ਐਪਲੀਕੇਸ਼ਨ ਲੈ ਰਹੇ ਹਾਂ। ਤੇ ਉਸ ਤੋਂ ਬਾਅਦ ਸਾਡੇ ਕੋਲ ਕੀਸਟੋਨ ਕਾਲਜ ਹੈ ਜਿਹੜਾ ਲੀਡਿੰਗ ਟੂ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਆ। ਉਸ ਦੇ ਵਿੱਚ +2 ਵਾਲੇ ਬੱਚਿਆਂ ਦੇ ਲਈ ਡਿਪਲੋਮਾ ਆਫ ਬਿਜ਼ਨਸ ਲੀਡਿੰਗ ਟੂ ਬੈਚਲਰ ਇਨ ਕੈਨੇਡਾ ਵੈਸਟ, ਐਂਡ ਵੀ ਹੈਵ PG ਡਿਪਲੋਮਾ ਇਨ ਪ੍ਰੋਜੈਕਟ ਮੈਨੇਜਮੈਂਟ ਲੀਡਿੰਗ ਟੂ MBA in UCW. So we have lot of colleges and programs in pathway ਜਿਸ ਦੀ 2 ਤੋਂ 4 ਘੰਟੇ 'ਚ ਉਹਦੀ ਆਫਰ ਲੈਟਰ ਆ ਜਾਂਦੀ ਆ। ਸੋ ਥਰਡ ਆਪਣਾ ਜੇ ਇੱਕ ਗੱਲ ਕਰੀਏ ਕਿ ਅੱਜ ਕੱਲ੍ਹ ਫੀਸਿਸ ਦਾ ਤੁਸੀਂ ਕਿਹਾ ਵੀ 8-8 ਮਹੀਨੇ ਤੋਂ, ਬਿਲਕੁਲ ਹਾਂਜੀ, ਫੀਸਿਸ ਫਸੀਆਂ ਹੋਈਆਂ ਨੇ। ਉਹ ਅਸੀਂ ਬੱਚਿਆਂ ਦਾ ਅਸੀਂ ਇਨਵੈਸਟ ਕਰ ਰਹੇ ਹਾਂ ਕਿ ਜਿਹੜੇ ਬੱਚਿਆਂ ਦੀਆਂ ਫੀਸਿਸ ਫਸੀਆਂ ਨੇ ਵੀ ਵਿਲ ਪੇ देयर ਫੀਸ
ਬਿਕਾਜ਼ 15 ਮਈ ਤੋਂ ਜਦ ਅੰਬੈਸੀ ਨੇ ਕਮਿਟਮੈਂਟ ਕਰਤੀ ਇੱਕ ਤਰ੍ਹਾਂ ਦੀ ਕਿ ਅਸੀਂ 6 ਅਗਸਤ ਤੱਕ ਤੁਹਾਨੂੰ ਡਿਸੀਜਨ ਦਵਾਂਗੇ, ਤਾਂ ਲਿਮਿਟਡ ਉਹਨਾਂ ਨੇ ਟਾਈਮ ਦਿੱਤਾ, ਤਾਂ ਉਹਦੇ ਵਿੱਚ ਅਸੀਂ ਇਨਵੈਸਟ ਕਰ ਰਹੇ ਹਾਂ। ਸਾਡੀ ਕੰਪਨੀ ਕੋਈ ਵੀ 1 ਰੁਪਈਆ ਨਹੀਂ ਲੈ ਰਹੀ ਪਹਿਲਾਂ ਬੱਚੇ ਤੋਂ। ਸੋ ਬੱਚੇ ਨੂੰ ਜੋ ਸਟੂਡੈਂਟਸ ਦੇ ਪੈਰੈਂਟਸ ਹੁੰਦੇ ਸੀ ਉਹਨਾਂ ਦੇ ਮਨ ਦੇ ਵਿੱਚ ਜੋ ਹੁੰਦਾ ਕਿ ਕਈ ਵਾਰ ਇਦਾਂ ਹੁੰਦਾ ਕਿ ਸਾਡੀ ਇਨਵੈਸਟਮੈਂਟ ਡੁੱਬ ਜਾਏਗੀ ਜਾਂ ਪੈਸਾ ਸਹੀ ਜਗ੍ਹਾ ਲੱਗ ਰਿਹਾ ਨਹੀਂ ਲੱਗ ਰਿਹਾ, ਕਿਉਂਕਿ ਕਈ ਵਾਰ ਇਦਾਂ ਦੇਖਿਆ ਕਿ ਕਾਉਂਸਲਿੰਗ ਵੀ ਜੋ ਕਾਉਂਸਲਰ ਹੁੰਦੇ ਨੇ ਉਹ ਵੀ ਸਹੀ ਤਰ੍ਹਾਂ ਗਾਈਡ ਨਹੀਂ ਕਰਦੇ, ਇਸ ਚੀਜ਼ ਨੂੰ ਲੈ ਕੇ ਬੜਾ ਪਰੇਸ਼ਾਨ ਨੇ। ਉਸ ਦੇ ਨਾਲ ਅਸੀਂ ਇਹੀ ਕੀਤਾ ਕਿ ਅਸੀਂ ਕੋਈ ਆਫਰ ਲੈਟਰ ਦੀ ਫੀਸ ਨਹੀਂ ਲੈ ਰਹੇ, ਕੋਈ ਕਾਲਜ ਦੀ ਫੀਸ ਨਹੀਂ ਲੈ ਰਹੇ। ਕਾਲਜ ਨੂੰ ਫੀਸ ਅਸੀਂ ਆਪਣੇ ਕੋਲੋਂ ਪੇ ਕਰ ਰਹੇ ਹਾਂ ਬੱਚੇ ਦੇ ਬਿਹਾਫ ਤੇ, ਕਿ ਅਸੀਂ ਤੁਹਾਨੂੰ ਫੀਸ ਪੇ ਕਰਾਂਗੇ ਕਿ ਬੱਚੇ ਦੀ ਫੀਸ ਨਾ ਫਸੇ, 8-9 ਮਹੀਨੇ ਲੱਗਣ, 3 ਮਹੀਨੇ ਲੱਗਣ। ਸੋ ਨੋ ਆਫਰ ਲੈਟਰ ਫੀਸ, ਨੋ ਕਾਲਜ ਦੀ ਫੀਸ ਤੇ ਨੋ ਅੰਬੈਸੀ ਫੀਸ। ਵੀ ਆਰ ਪੇਇੰਗ ਐਵਰੀਥਿੰਗ ਔਨ ਬਿਹਾਫ ਆਫ ਚਿਲਡਰਨ। ਅਸੀਂ ਜਿਹੜੇ ਪੈਸੇ ਲਵਾਂਗੇ ਅਸੀਂ ਵੀਜ਼ਾ ਲੱਗਣ ਤੇ ਲਵਾਂਗੇ। ਇਨ ਕੇਸ ਬੜੇ ਏਜੰਟਸ ਕਰਦੇ ਹੋਣਗੇ ਕਿ ਜੀ ਵੀਜ਼ਾ ਨਹੀਂ ਲੱਗਿਆ ਤਾਂ ਸਾਡਾ ਖਰਚਾ ਹੋਇਆ 30,000 ਹੋਇਆ 40,000 ਹੋਇਆ, ਅਸੀਂ ਉਹ ਵੀ ਨਹੀਂ ਲੈ ਰਹੇ ਇਸ ਟਾਈਮ ਤੇ। ਬਿਕਾਜ਼ ਆਫ ਕੋਵਿਡ ਬੱਚੇ ਬਹੁਤ ਹੀ ਫਰਸਟ੍ਰੇਟ ਨੇ ਐਂਡ ਅਸੀਂ 10 ਸਾਲ ਤੋਂ ਆਈ ਥਿੰਕ ਮਾਰਕੀਟ ਦੇ ਵਿੱਚ ਬੈਠੇ ਹਾਂ। ਸਾਡਾ ਆਫਿਸ ਜੋ ਦਰਾਹੇ 10 ਸਾਲ ਤੋਂ ਹੈ, ਨਾਓ ਵੀ ਹੈਵ ਓਪਨ ਨਿਊ ਆਫਿਸ ਐਟ ਅੰਮ੍ਰਿਤਸਰ 에ਅਰਪੋਰਟ ਰੋਡ ਔਨ 4th April। ਸੋ ਅਸੀਂ ਉਹ ਟਰਸਟ ਇਦਾਂ ਹੀ ਬਣਿਆ ਰਵੇ ਬੱਚਿਆਂ ਦਾ। ਅਸੀਂ 1 ਰੁਪਿਆ ਨਹੀਂ ਲੈ ਰਹੇ। ਜਿਸ ਦਿਨ ਵੀਜ਼ਾ ਲੱਗੇਗਾ ਉਸ ਦਿਨ ਅਸੀਂ ਆਪਣੀ ਵੀ ਮਿਹਨਤ ਕੀਤੀ ਤਾਂ ਬੱਚਾ ਵੀ ਖੁਸ਼ ਹੋ ਕੇ ਦਿੰਦੇ ਆ ਪੈਸੇ। ਜੀ ਬਿਲਕੁਲ। ਸੋ ਮਨਵੀਰ ਮਾਂਗਰ ਸਾਡੇ ਨਾਲ ਜੁੜੇ ਹੋਏ ਇਨਸਾਨ ਅੰਗਦ ਇਮੀਗ੍ਰੇਸ਼ਨ ਤੋਂ, ਜਿਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਸੋ ਹੋਪ ਹੈ ਕਿ ਸਟੂਡੈਂਟਸ ਲਈ ਇਹ ਜੋ ਇਨਫੋਰਮੇਸ਼ਨ ਹੈ ਬਹੁਤ ਵੈਲਿਊਏਬਲ ਰਹੇਗੀ ਤੇ ਉਹਨਾਂ ਨੂੰ ਨਵੇਂ ਰਾਹ ਵੀ ਖੁੱਲਣਗੇ। ਆਲਮੋਸਟ ਸਾਰੀ ਇਨਫੋਰਮੇਸ਼ਨ ਮੈਂ ਦੱਸ ਹੀ ਦਿੱਤੀ ਆ ਕਿ ਜੀ ਜਿਸ ਨੇ ਐਡਮਿਸ਼ਨ ਲੈਣੀ ਆ ਆਪਣੀ ਸਾਡੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ। ਮੈਂ ਐਕਚੁਅਲੀ 3 ਦਿਨ ਦੁਰਾਹੇ ਆਫਿਸ ਹੁੰਨਾ ਤੇ 3 ਦਿਨ ਅੰਮ੍ਰਿਤਸਰ ਆਫਿਸ ਹੁੰਨਾ, ਤੇ ਨੰਬਰਸ ਜੋ ਦਿੱਤੇ ਹੋਏ ਨੇ, ਜੋ ਸਕਰੀਨ ਤੇ ਨੰਬਰਸ ਹੈ ਉਸ ਤੇ ਕਾਲ ਕਰਕੇ ਤੁਸੀਂ ਆਪਣੀ ਜੋ ਅਪਾਇੰਟਮੈਂਟ ਵੀ ਫਿਕਸ ਕਰ ਸਕਦੇ ਹੋ ਸਰ ਦੇ ਨਾਲ। ਹਾਂਜੀ, ਉਹ 'ਚ ਤੁਸੀਂ ਅਪਾਇੰਟਮੈਂਟ ਫਿਕਸ ਕਰ ਲਓ। ਆਈ ਵਿਲ ਬੀ ਅਵੇਲੇਬਲ ਦੇਅਰ। ਅੱਜ ਕੱਲ੍ਹ ਵੈਸੇ ਕੋਵਿਡ ਆ, ਮੋਸਟਲੀ ਅਸੀਂ ਪ੍ਰੈਫਰ ਕਰ ਰਹੇ ਹਾਂ ਕਿ ਜ਼ੂਮ ਤੇ ਅਸੀਂ ਅਸੈਸਮੈਂਟ ਕਰ ਲਈਏ ਤੇ ਡਾਕੂਮੈਂਟ ਬੱਚਾ ਈਮੇਲ ਰਾਹੀਂ ਦੇ ਦੇਵੇ, ਜਾਂ ਅਸੀਂ ਪੋਰਟਲ ਕ੍ਰੀਏਟ ਕਰਤਾ ਆਪਣਾ ਕਿ ਬੱਚਾ ਘਰ ਬੈਠਾ ਹੀ ਡਾਕੂਮੈਂਟ ਅਪਲੋਡ ਕਰ ਦੇਵੇ। ਸੋ ਜੋ ਵੀ ਐਡਮਿਸ਼ਨਸ ਨੇ ਤੁਹਾਡੀਆਂ ਫਾਸਟ ਪ੍ਰੋਸੈਸ ਹੋਏਗਾ। ਵੀ ਹੈਵ ਵੀਜ਼ਾ ਕਾਉਂਸਲਰਸ, ਵੀਜ਼ਾ ਫਾਈਲਿੰਗ ਟੀਮਸ, ਸੋ ਔਨ ਦੀ ਸਪੌਟ। ਸੋ ਵੀ ਆਰ ਪ੍ਰਮੋਟਿੰਗ ਮੋਰ ਐਵਲੋਨ ਕਾਲਜ ਐਂਡ that is Granville College, then there is AOL Academy of Learning, ਉਹਨਾਂ ਦੀ ਵੀ ਤੁਸੀਂ ਆਲਮੋਸਟ ਇੰਟਰਵਿਊਜ਼ ਲੈ ਚੁੱਕੇ ਹੋ। ਤੇ ਮਿਸਟਰ ਵਰੁਣ ਸੋਹਤਾ ਨੇ ਫਰੋਮ ਐਵਲੋਨ ਕਾਲਜ, ਦੈਨ ਮਿਸਟਰ ਵਿਨੋਦ ਫਰੋਮ AOL ਐਂਡ ਹਿਤਾਂਸ਼ੂ ਵਾਰਦਵਾਜ ਫਰੋਮ TSOM ਕਾਲਜ। ਉਹ ਵੀ ਕਾਲਜ ਬਾਰੇ ਜੋ ਰਿਕੁਆਇਰਮੈਂਟਸ ਨੇ ਤੁਹਾਨੂੰ ਸ਼ੇਅਰ ਕਰ ਦੇਣਗੇ। ਤੇ ਐਜ਼ ਸੂਨ ਐਜ਼ ਪੋਸੀਬਲ ਜੋ ਬੱਚਾ ਆ ਸਕਦਾ, ਕਿ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਸਿੰਪਲ ਗੱਲ ਦੇ ਵਿੱਚ ਕਿ ਜੋ ਫਰਸਟ੍ਰੇਸ਼ਨ ਸੀ ਬੱਚਿਆਂ ਦੀ ਉਸਨੇ ਚਲੋ ਇਫੈਕਟ ਪਾਇਆ, ਇਮੀਗ੍ਰੇਸ਼ਨ ਨੇ ਤਾਂ ਐਡਾ ਸਟੈਪ ਚੁੱਕਿਆ। ਸੋ ਵੀ ਹੈਵ ਪੋਜ਼ਿਟਿਵ ਵਾਈਬਸ ਕਿ ਸੈਪਟੈਂਬਰ ਇਨਟੇਕ, ਆਈ ਥਿੰਕ ਇਹ ਹਿਸਟਰੀ ਬਣੇਗਾ ਸੈਪਟੈਂਬਰ ਇਨਟੇਕ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ। ਸੋ ਸਟੂਡੈਂਟਸ ਲਈ ਤੁਸੀਂ ਬਹੁਤ ਹੀ ਵੈਲਿਊਏਬਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ, ਹੋਪਫੁਲੀ ਕਿ ਉਹਨਾਂ ਦੇ ਕੰਮ ਵੀ ਆਏਗੀ। ਪਰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਿਊਅਰਸ ਨੂੰ, ਆਪਣੇ ਜੋ ਅੱਗੇ ਜਿਨ੍ਹਾਂ ਵੱਲੋਂ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ। ਸੋ ਪਹਿਲਾਂ ਤਾਂ ਮੈਸੇਜ ਹੈ ਜਿਹੜੇ ਬੱਚੇ ਆਲਰੇਡੀ ਮੌਂਟਰੀਅਲ ਦੇ ਵਿੱਚ ਅਪਲਾਈ ਕਰ ਚੁੱਕੇ ਨੇ, ਜਿਨ੍ਹਾਂ ਦੀਆਂ CAQs ਆਲਰੇਡੀ ਆ ਵੀ ਚੁੱਕੀਆਂ ਨੇ, ਵੀ ਹੈਵ ਆਲਟਰਨੇਟਿਵ ਫॉर them ਆਲਸੋ। ਉਹਨਾਂ ਦੇ ਲਈ ਸਾਡੇ ਕੋਲ ਐਵਲੋਨ ਕਾਲਜ ਹੈ, ਸਾਡੇ ਕੋਲ ਟਰਬਾਸ ਕਾਲਜ ਹੈ, ਤੇ ਹੋਰ 3-4 ਕਾਲਜਸ ਨੇ ਜਿਹੜੇ ਅਸੀਂ ਪ੍ਰਮੋਟ ਕਰ ਰਹੇ ਹਾਂ। ਉਹਨਾਂ ਦੀ ਆਲਮੋਸਟ ਜੇ ਤੁਹਾਡਾ CAQ ਆਇਆ ਹੋਇਆ, ਫਾਈਲ ਲੱਗੀ ਹੋਈ, ਤੇ ਇਟਸ ਆਲਮੋਸਟ ਕੰਪਲੀਟ ਫਾਈਲ। GIC ਦੀ ਲੋੜ ਹੁੰਦੀ ਆ, ਫਾਈਨੈਂਸ਼ੀਅਲਸ ਬੱਚੇ ਕੋਲ ਰੈਡੀ ਹੁੰਦੇ ਨੇ, ਤਾਂ ਉਹਨਾਂ ਦੀ ਫਾਈਲ ਅਸੀਂ ਰੀਅਪਲਾਈ ਕਰ ਸਕਦੇ ਐਵਲੋਨ ਕਾਲਜ ਦੇ ਵਿੱਚ। ਕਿਉਂਕਿ ਇੱਕ IBM ਇਹੋ ਜਿਹਾ ਕੋਰਸ ਆ ਕਿ ਜਿਸ ਦੇ ਵਿੱਚ ਬੱਚਾ ਕੋਈ ਵੀ ਜਾ ਸਕਦਾ ਵਾ ਬਿਜ਼ਨਸ ਪਲਾਨ SOP ਦੇ ਕੇ, ਤੇ ਐਵਲੋਨ ਵਿੱਚ ਆਪਾਂ ਉਹ ਬੱਚੇ ਪਾ ਸਕਦੇ ਹਾਂ। ਕਿਸੇ ਏਜੰਟਸ ਨੂੰ ਵੀ ਹੈਲਪ ਚਾਹੀਦੀ ਆ ਸਾਡੀ ਕਿ ਇਫ ਦੇ ਵਾਂਟ ਟੂ ਵਰਕ ਵਿਦ ਅਸ, ਦੇ ਆਰ ਮੋਸਟ ਵੈਲਕਮ। ਤੇ ਬਾਕੀ ਫਰੈਸ਼ ਬੱਚਿਆਂ ਦੀ ਐਪਲੀਕੇਸ਼ਨ ਲਈ ਉਹ ਆਲਰੇਡੀ ਆਫਿਸ ਦੇ ਵਿੱਚ ਵਿਜ਼ਿਟ ਕਰ ਰਹੇ ਨੇ, ਜ਼ੂਮ ਤੇ ਕੰਸਲਟੇਸ਼ਨ ਲੈ ਰਹੇ ਆ, ਬਿਕਾਜ਼ ਵੀ ਆਰ ਗਿਵਿੰਗ ਜੈਨੂਇਨ ਪ੍ਰੋਸੈਸਿੰਗ ਟਾਈਮ ਵੀ ਉਹਨਾਂ ਦਾ ਘੱਟ ਹੋਏਗਾ। ਪ੍ਰੋਸੈਸਿੰਗ ਟਾਈਮ ਬਹੁਤ ਹੀ ਘੱਟ ਆ। 2 ਦਿਨ ਦੇ ਵਿੱਚ ਅਸੀਂ 1 ਦਿਨ ਦੇ ਵਿੱਚ ਅਸੀਂ ਆਫਰ ਲੈਟਰ, 2 ਦਿਨ ਦੇ ਵਿੱਚ ਅਸੀਂ LOA ਦੇ ਦਿੰਦੇ ਆ। ਤੇ ਉਸ ਤੋਂ ਬਾਅਦ ਜਿਨ੍ਹਾਂ ਦੀ CAQ ਆਈ ਆ ਉਹਨਾਂ ਦੀ ਤਾਂ ਵਿਦਿਨ ਅ ਵੀਕ ਅਸੀਂ ਫਾਈਲ ਲੌਜਮੈਂਟ ਕਰ ਦਾਂਗੇ। ਤੇ ਜੋ ਹੁਣ ਇੱਕ ਸੁਜੈਸ਼ਨ ਹੈ ਕਿ 15 ਮਈ ਤੱਕ ਆਈ ਡੋਂਟ ਥਿੰਕ ਕਿ CAQs ਆਣਗੀਆਂ, ਬਿਕਾਜ਼ ਸਾਡੀਆਂ ਅੱਜ CAQs ਆਈਆਂ ਨੇ, ਬਟ ਉਹਨਾਂ ਨੇ ਅਰਾਊਂਡ 20 ਤੋਂ 22 ਦਿਨ ਦਾ ਪ੍ਰੋਸੈਸਿੰਗ ਟਾਈਮ ਲਿਆ ਵਾ। ਸੋ ਉਹਨਾਂ ਦੇ ਲਈ ਆਲਟਰਨੇਟਿਵ ਤੁਹਾਨੂੰ ਆਲਰੇਡੀ ਦੱਸਤਾ ਕਿ ਉਹ ਪਾਥਵੇ ਦੇ ਵਿੱਚ ਜਾ ਸਕਦੇ ਨੇ। ਬਾਕੀ ਬਹੁਤ ਹੀ ਏਜੰਟਸ 8-9 ਮਹੀਨੇ ਤੋਂ ਬੜਾ ਹੀ ਗੁੰਮਰਾਹ ਵੀ ਕਰ ਰਹੇ ਨੇ। ਕੋਈ ਸਾਡੇ ਕੋਲ ਬੜੇ ਕੇਸ ਆ ਰਹੇ ਨੇ, ਅੰਮ੍ਰਿਤਸਰ ਤੋਂ ਆ ਰਹੇ ਨੇ, ਲੁਧਿਆਣੇ ਤੋਂ ਆ ਰਹੇ ਨੇ ਕਿ ਜੀ ਕੋਈ ਸਾਨੂੰ GIC ਸਰਟੀਫਿਕੇਟ ਨਹੀਂ ਦੇ ਰਿਹਾ, ਕੋਈ ਸਾਨੂੰ ਇਹ ਡਾਕੂਮੈਂਟ ਨਹੀਂ ਦੇ ਰਿਹਾ। ਬੜੇ ਏਜੰਟ ਸਾਈਨ ਕਰਾ ਲੈਂਦੇ ਨੇ ਡਾਕੂਮੈਂਟਸ ਤੇ ਪਹਿਲਾਂ ਹੀ। ਕਿ ਆਈ ਵਾਂਟ ਟੂ ਗਿਵ ਮੈਸੇਜ ਕਿ ਇਹੋ ਜਿਹੇ ਚੱਕਰਾਂ 'ਚ ਤੁਸੀਂ ਨਾ ਫਸੋ। ਕੋਈ ਬਲੈਂਕ ਡਾਕੂਮੈਂਟ ਤੇ ਤਾਂ ਬੱਚੇ ਤੋਂ ਸਾਈਨ ਕਿਉਂ ਕਰਦਾ ਬੱਚਾ? ਉਹਨੇ ਜਦ ਤੁਸੀਂ ਸਾਰਾ ਕੁਝ ਪੇ ਕਰ ਰਹੇ ਹੋ, ਦੈਨ ਵਾਈ ਯੂ ਹੈਵ ਟੂ ਸਾਈਨ ਔਨ ਦੈਟ ਡਾਕੂਮੈਂਟਸ।
ਤੁਹਾਡੇ ਕੋਲ ਪੜ੍ਹੇ ਲਿਖੇ ਬੱਚੇ ਹੋ, ਤੁਸੀਂ 6-6 ਬੈਂਡ ਤੁਸੀਂ ਲਏ ਹੋਏ ਨੇ, ਫਿਰ ਵੀ ਤੁਸੀਂ ਗੁੰਮਰਾਹ ਹੋ ਜਾਂਦੇ ਹੋ ਇਹੋ ਜਿਹੀਆਂ ਗੱਲਾਂ ਤੋਂ। ਸੋ ਇਹੋ ਜਿਹਾ ਕੋਈ ਡਾਕੂਮੈਂਟ ਨਾ ਸਾਈਨ ਕਰੋ। ਜਦ ਜਿਹੜਾ ਏਜੰਟ ਜੈਨੂਅਨ ਹੋਏਗਾ ਉਹ ਕੋਈ 1 ਰੁਪਿਆ ਪਹਿਲਾਂ ਨਹੀਂ ਲਏਗਾ, ਤੇ ਨਾ ਅਸੀਂ ਕੋਈ ਪੇਪਰ ਸਾਈਨ ਕਰਾਉਂਦੇ ਆ, ਨਾ ਅਸੀਂ 1 ਪੈਸਾ ਪਹਿਲਾਂ ਲੈਂਦੇ ਆ, ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਸੈਕੰਡਲੀ ਕਾਲਜ ਸੀ ਸਾਡਾ AOL ਅਕੈਡਮੀ ਆਫ ਲਰਨਿੰਗ, ਉਹਦੇ ਵਿੱਚ ਸਾਡੇ ਕੋਲ 29 ਤਰ੍ਹਾਂ ਦੇ ਪ੍ਰੋਗਰਾਮ ਨੇ ਕਿ ਜਿੰਨੀਆਂ ਫੀਲਡ 'ਚ ਬੱਚਾ ਪੜ੍ਹਦਾ, ਬਿਜ਼ਨਸ ਫੀਲਡ 'ਚ ਪੜ੍ਹਦਾ ਵਾ, IT ਫੀਲਡ 'ਚ ਪੜ੍ਹਦਾ, ਸਪਲਾਈ ਚੇਨ ਮੈਨੇਜਮੈਂਟ, ਪ੍ਰੋਜੈਕਟ ਮੈਨੇਜਮੈਂਟ, ਦੈਨ ਦੇयर ਇਜ਼ ਲਾਅ ਕੋਰਸਿਸ, ਪੈਰਾਲੀਗਲ, ਲਾਅ ਕਲਰਕ। ਸੋ ਉਸ ਵਿੱਚ 29 ਤਰ੍ਹਾਂ ਦੇ ਪ੍ਰੋਗਰਾਮ ਨੇ। ਕਿਸੇ ਵੀ ਫੀਲਡ ਦੇ ਵਿੱਚ ਬੱਚਾ ਜਾਣਾ ਚਾਹੁੰਦਾ ਉਸ 'ਚ ਪ੍ਰੋਗਰਾਮ ਅਵੇਲੇਬਲ ਨੇ, ਬਿਕਾਜ਼ ਇਹ ਆਪਸ਼ਨ ਸਾਡੇ ਕੋਲ ਆਲਮੋਸਟ ਸਾਰੇ ਕਾਲਜਿਸ ਨੇ ਪ੍ਰਾਈਵੇਟ, ਬਟ ਉਹਨਾਂ ਦੇ ਵਿੱਚ ਗਿਣਤੀ 34 ਦੇ ਮੋਸਟਲੀ IBM ਹੀ ਹੁੰਦਾ ਵਾ, ਜੋ ਮੈਡੀਕਲ ਦਾ ਕੋਰਸ ਹੁੰਦਾ। ਬਟ ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ AOL ਦਾ ਕਿ ਇਸ ਵਿੱਚ 29 ਕੋਰਸਿਸ ਨੇ, ਆਲ ਫੀਲਡਸ, ਜਿਹੜੇ ਬੱਚਾ ਮੈਡੀਕਲ, ਨਾਨ ਮੈਡੀਕਲ, ਬਿਜ਼ਨਸ, ਲਾਅ ਕਲਰਕ, ਪ੍ਰੋਜੈਕਟ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਲਾਅ ਕਲਰਕ, ਪੈਰਾਲੀਗਲ, ਮੈਡੀਕਲ, ਹੈਲਥ, ਇੰਜੀਨੀਅਰਿੰਗ ਤੱਕ ਦੇ ਵੀ ਇਸ ਵਿੱਚ ਕੋਰਸਿਸ ਨੇ। ਮੋਸਟਲੀ ਪ੍ਰਾਈਵੇਟ ਕਾਲਜਾਂ 'ਚ 2 ਜਾਂ 3 ਤਰ੍ਹਾਂ ਦੇ ਕੋਰਸ ਹੁੰਦੇ ਨੇ, ਬਟ AOL ਦੇ ਵਿੱਚ ਸਾਰੇ ਕੋਰਸ ਨੇ। ਤੇ ਇਸ ਦਾ ਕੈਂਪਸ ਬੜੀ ਹੀ ਵਧੀਆ ਲੋਕੇਸ਼ਨ ਤੇ ਟੋਰਾਂਟੋ ਡਾਊਨਟਾਊਨ ਦੇ ਵਿੱਚ ਕੈਂਪਸ ਆ, ਬਹੁਤ ਹੀ ਹਾਈ ਸਕਸੈਸ ਰੇਟ ਆ। ਆਪਾਂ AOL ਦੇ ਵਿੱਚ ਤੁਹਾਨੂੰ ਵਿਦਿਨ 2 to 3 ਆਵਰਸ ਆਫਰ ਲੈਟਰ ਲੈ ਕੇ, ਉਸ ਤੋਂ ਬਾਅਦ ਅਸੀਂ 2nd ਤੇ 3rd ਡੇ ਫੀਸ ਪੇ ਕਰਾਂਗੇ, ਤੇ ਦੈਨ ਵੀ ਵਿਲ ਗੈਟ ਦ LOA ਲੈਟਰ। ਸੋ 1 ਵੀਕ ਦੇ ਟਾਈਮ ਦੇ ਵਿੱਚ ਅਸੀਂ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਲਗਾ ਦੇਵਾਂਗੇ। ਤੁਹਾਡਾ GIC ਰੈਡੀ ਹੋਣਾ ਚਾਹੀਦਾ। GIC ਅਕਾਊਂਟ ਓਪਨ ਹੋਣ ਨੂੰ ਅੱਜ ਕੱਲ੍ਹ 1-2 ਘੰਟੇ ਦੇ ਵਿੱਚ ਅਕਾਊਂਟ ਡਿਟੇਲ ਆਉਂਦੀਆਂ, ਦੈਨ ਯੂ ਜਸਟ ਟ੍ਰਾਂਸਫਰ ਦੀ GIC। ਸੋ ਬਸ ਤੀਸਰੀ ਇਹੀ ਸੀਗੀ ਰਿਕੁਐਸਟ ਕਿ ਤੁਸੀਂ ਏਜੰਟਸ ਤੋਂ ਜੋ ਹੈ ਥੋੜਾ ਵਰਕਆਊਟ ਕਰੋ, ਏਜੰਟ ਦੀ ਬੈਕਗਰਾਉਂਡ ਚੈੱਕ ਕਰੋ, ਕਿੰਨੇ ਵੀਜ਼ਾ ਲਗਵਾਏ ਨੇ ਉਹਨੇ, ਕਿਹੋ ਜਿਹੀਆਂ ਪ੍ਰੋਫਾਈਲ ਦੇ ਲਗਾਏ ਨੇ, ਦੈਨ ਯੂ ਹੈਵ ਟੂ give the application to that agent। ਸੋ ਪਿਛਲੇ ਦਿਨ ਇਹ ਬਹੁਤ ਖਬਰਾਂ ਆਈਆਂ ਸਨ ਸਾਹਮਣੇ ਕਿ ਜੋ 40,000 ਜੋ ਹੈ ਡਰਾ ਨਿਕਲਿਆ ਉੱਥੇ, ਜੋ ਕੈਨੇਡੀਅਨ ਜੋ ਆਲਰੇਡੀ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਉਹਨਾਂ ਨੂੰ PR ਆਫਰ ਕੀਤੀ ਗਈ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ। ਉਸ ਬਾਰੇ ਥੋੜੀ ਜਿਹੀ ਕਲੈਰਿਟੀ ਚਾਹੀਦੀ, ਕਿਉਂਕਿ ਸਟੂਡੈਂਟਸ ਉਹਨੂੰ ਲੈ ਕੇ ਕੁਝ ਪੋਜ਼ਿਟਿਵ ਵੀ ਨੇ, ਪਰ ਕਈ ਤਰ੍ਹਾਂ ਦੇ ਸਵਾਲ ਵੀ ਉਹਨਾਂ ਦੇ ਮਨ ਦੇ ਵਿੱਚ ਨੇ ਕਿ ਕਿਹਨਾਂ ਨੂੰ ਉਹ PR ਮਿਲੇਗੀ ਤੇ ਕੀ ਐਲੀਜੀਬਿਲਿਟੀ ਹੈ ਤੇ ਕਿਸ ਤਰ੍ਹਾਂ ਜੋ ਲੋਕ ਐਲੀਜੀਬਲ ਨੇ ਉਹਨਾਂ ਦੇ ਲਈ। ਸੋ ਜਿਹੜਾ 40,000 ਇੰਟਰਨੈਸ਼ਨਲ ਗ੍ਰੈਜੂਏਟ ਪ੍ਰੋਗਰਾਮ ਉਹਨਾਂ ਨੇ ਨਾਮ ਦਿੱਤਾ ਵਾ ਬੱਚਿਆਂ ਨੂੰ, ਉਹ ਡਰਾ ਉਹਨਾਂ ਦੇ ਲਈ ਨਿਕਲਿਆ, ਦੈਟ ਇਜ਼ ਕਾਲਡ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੁੰਦੀ ਹੈ ਕਿ ਜਿਹੜਾ ਬੱਚਾ ਉੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਗਿਆ। ਤੇ ਪਹਿਲਾਂ ਉਸ ਵਿੱਚ ਕੀ ਹੁੰਦਾ ਸੀ ਕਿ ਮਿਨੀਮਮ 1 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਚਾਹੀਦਾ, NOC B ਕੈਟੇਗਰੀ ਹੁੰਦੀ ਲਾਈਕ ਅਸਿਸਟੈਂਟ ਮੈਨੇਜਰ, ਸੁਪਰਵਾਈਜ਼ਰ ਚਾਹੀਦੇ ਹੋ, ਦੈਨ ਤੁਸੀਂ ਫਾਈਲ ਕਰ ਸਕਦੇ ਹੋ। ਬਟ ਜੋ ਪਿਛਲੇ ਆਈ ਥਿੰਕ ਜਨਵਰੀ-ਫੈਬਰਰੀ ਦੇ ਵਿੱਚ ਅਨਾਉਂਸਮੈਂਟ ਆਈ ਸੀ ਕੈਨੇਡੀਅਨ ਗਵਰਨਮੈਂਟ ਤੋਂ ਕਿ ਉਹਨਾਂ ਨੇ ਹਰ ਸਾਲ 3.5 ਲੱਖ ਬੰਦਾ ਪੱਕਾ ਕਰਨਾ 2021, 22 ਤੇ 23 ਦੇ ਵਿੱਚ। 3 ਸਾਲਾਂ 'ਚ ਉਹਨਾਂ ਨੇ ਅਰਾਊਂਡ 10 ਲੱਖ ਬੱਚਾ ਪੱਕਾ ਕਰਨਾ ਵਾ। ਤਾਂ ਉਸ ਲਈ ਉਹਨਾਂ ਨੇ 27,000 ਐਪਲੀਕੇਸ਼ਨ ਪਹਿਲਾਂ ਡਰਾ ਕੀਤੇ ਆ ਤੇ 40,000 ਇਸ ਵਾਰ ਇੱਕ ਤਰ੍ਹਾਂ ਦਾ ਪੰਜਾਬੀ ਬੱਚਿਆਂ ਦੇ ਲਈ ਆਲ ਓਵਰ ਮਾਰਕੀਟ ਦੇ ਲਈ ਬੰਪਰ ਹੀ ਆਪਾਂ ਸਮਝ ਸਕਦੇ ਹਾਂ ਕਿ ਕਰੋਨਾ ਕੋਵਿਡ ਕਰਕੇ ਉਹਨਾਂ ਦਾ ਬੰਪਰ ਨਿਕਲਿਆ। ਉਹਦੇ ਵਿੱਚ ਜੋ ਰਿਕੁਆਇਰਮੈਂਟ ਉਹਨਾਂ ਨੇ ਦਿੱਤੀਆਂ ਨੇ ਕਿ ਬੱਚੇ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋਣਾ ਜ਼ਰੂਰੀ ਆ। ਸੋ ਕੈਨੇਡਾ ਚ ਆਲਰੇਡੀ ਨੇ ਉਹਨਾਂ ਦੇ ਲਈ, ਕੈਨੇਡਾ 'ਚ ਜੋ ਆਲਰੇਡੀ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ, ਚਾਹੇ ਉਹਨਾਂ ਦਾ ਕੱਲ੍ਹ ਹੀ ਵਰਕ ਪਰਮਿਟ ਆਇਆ ਵਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਚਾਹੀਦਾ ਬੱਚਾ IELTS ਦੇ ਵਿੱਚੋਂ, they are eligible for filing PR, but they have 3-4 ਰਿਕੁਆਇਰਮੈਂਟਸ। ਬੱਚਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋਣਾ ਚਾਹੀਦਾ, CLB ਲੈਵਲ 5 ਹੁੰਦਾ IELTS ਦਾ ਕਿ 5 ਬੈਂਡ ਹੋਣੇ ਚਾਹੀਦੇ ਆ, ਤੇ ਕਿਤੇ ਵੀ ਉਹ ਜੌਬ ਕਰਦਾ ਹੋਣਾ ਚਾਹੀਦਾ, ਉਸ ਦੇ ਨਾਲ ਉਹ ਐਲੀਜੀਬਲ ਆ। ਉਸ ਦੀਆਂ ਵੀ ਐਪਲੀਕੇਸ਼ਨਸ ਅਸੀਂ ਲੌਜਮੈਂਟ ਕਰ ਰਹੇ ਹਾਂ। ਉਸ ਦੀ 6 ਮਈ ਤੋਂ ਐਪਲੀਕੇਸ਼ਨ ਸਟਾਰਟ ਕਰਨੀ ਉਹਨਾਂ ਨੇ। 40,000 ਇੱਕ ਤਰ੍ਹਾਂ ਦਾ ਡਰਾ ਆ, ਜਿਹੜੀ 40,000 ਐਪਲੀਕੇਸ਼ਨ ਹੋਏਗੀ ਉਹ ਸਬਮਿਟ ਹੋਗੀ ਤਾਂ ਦੇ ਵਿਲ ਗੈਟ ਦਾ PR। ਸੋ ਇਸੇ ਤਰ੍ਹਾਂ ਹੋਇਆ ਕਿ ਉੱਥੇ IELTS ਦੀ ਉਸ ਦਿਨ ਵੈਬਸਾਈਟ ਹੀ ਕ੍ਰੈਸ਼ ਹੋ ਗਈ ਜੀ, ਤੇ ਬੜੇ ਏਜੰਟਸ ਨੇ, ਕੋਈ $2,500 ਚ IELTS ਦੀ ਸੀਟ ਦੇ ਰਿਹਾ ਸੀ, ਕੋਈ $1,500 ਚ ਲੈ ਰਿਹਾ ਸੀ, ਤੇ ਬੱਚੇ ਦੇ ਰਹੇ ਨੇ। ਸੋ ਮੈਂ ਉਹੀ ਬਾਰ-ਬਾਰ ਗੱਲਾਂ ਰਿਪੀਟ ਕਰਦਾ ਰਹਿੰਦਾ ਕਿ ਤੁਸੀਂ ਆਪ ਪੜ੍ਹੇ ਲਿਖੇ ਹੋ, ਕੈਨੇਡਾ ਵੀ ਚਲੇ ਗਏ, ਤੁਸੀਂ ਆਪ ਬੈਠ ਜਾਓ ਵੈਬਸਾਈਟ ਤੇ, ਜਦੋਂ ਅਵੇਲੇਬਲ ਹੋਏਗੀ। ਉਹ ਥੋੜੀ ਟਾਈਮ ਲਈ ਹੈਕ ਨਹੀਂ ਕਹਿ ਸਕਦੇ, ਕ੍ਰੈਸ਼ ਹੋਈ ਸੀ ਵੈਬਸਾਈਟ ਕਿ ਉਸ ਤੇ ਹਿੱਟ ਜ਼ਿਆਦਾ ਵੱਜ ਗਏ, IELTS ਦਾ ਨਹੀਂ ਮਿਲਿਆ। ਦੈਨ ਦੇयर ਇਜ਼ ਵਨ ਮੋਰ ਟੈਸਟ, ਸੈਲਪਿਪ, ਜਿੱਦਾਂ ਆਪਣੇ PT ਆ ਕੈਨੇਡਾ ਦਾ ਸੈਲਪਿਪ ਟੈਸਟ ਆ, ਸੈਲਪਿਪ ਦੀ ਵੀ ਵੈਬਸਾਈਟ ਹੈਕ ਹੋ ਗਈ ਸੀ, ਇੱਕ ਤਰ੍ਹਾਂ ਦੀ ਕ੍ਰੈਸ਼ ਹੋ ਗਈ ਸੀਗੀ ਕਹਿ ਸਕਦੇ ਆ। ਉਸ ਤੋਂ ਬਾਅਦ ਹੁਣ ਵੈਬਸਾਈਟ ਅਗੇਨ ਕੰਮ ਕਰ ਰਹੀ ਆ ਕਿ ਤੁਸੀਂ ਇੰਨੀ ਜਲਦੀ ਫਰਸਟ੍ਰੇਟ ਨਾ ਹੋਇਆ ਕਰੋ, ਕਿਸੇ ਨੂੰ ਇਦਾਂ ਹੀ ਨਾ ਪੈਸੇ ਦੇ ਦਿਆ ਕਰੋ, ਹੜਬੜੀ ਨਾ ਮਚਾਇਆ ਕਰੋ, ਥੋੜਾ ਹੈਵ ਪੇਸ਼ੈਂਸ ਕਿ ਸਭ ਦਾ ਨੰਬਰ ਆਏਗਾ, ਹੌਲੀ ਹੌਲੀ ਆਏਗਾ। ਹਜੇ ਬੜਾ ਕੁਝ ਕੈਨੇਡੀਅਨ ਇਮੀਗ੍ਰੇਸ਼ਨ ਸਾਨੂੰ ਵੀ ਨਹੀਂ ਪਤਾ ਕਿ ਉਹਨਾਂ ਨੇ ਕੀ ਪ੍ਰੋਗਰਾਮ ਦੇਣੇ ਨੇ ਅੱਗੇ। ਸੋ ਇਸ ਕਰਕੇ ਉਹਦੀਆਂ ਐਪਲੀਕੇਸ਼ਨ ਅਸੀਂ ਲੈ ਰਹੇ ਹਾਂ। ਜਿਹੜਾ ਬੱਚਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ, 5 ਬੈਂਡ CLB ਲੈਵਲ 5 ਹੈਗਾ ਤੇ ਕਿਤੇ ਵੀ ਜੌਬ ਕਰ ਰਿਹਾ, ਹੀ ਔਰ ਸ਼ੀ ਇਜ਼ ਐਲੀਜੀਬਲ ਫॉर ਦਿਸ ਇੰਟਰਨੈਸ਼ਨਲ ਗ੍ਰੈਜੂਏਟ ਪ੍ਰੋਗਰਾਮ। ਸੋ ਬਿਲਕੁਲ ਇੰਪੇਸ਼ੈਂਟ ਨਹੀਂ ਹੋਣਾ, ਥੋੜਾ ਸਬਰ ਕਰੋ। ਅਗਰ ਕੈਨੇਡੀਅਨ ਸਰਕਾਰ ਦੇ ਵੱਲੋਂ ਇਹ ਰੂਲ ਕੱਢਿਆ ਗਿਆ ਤੇ ਸਭ ਨੂੰ PR ਮਿਲੇਗੀ, ਹੜਬੜੀ ਮਚਾਉਣ ਦੀ ਲੋੜ ਨਹੀਂ ਹੈ। ਪਰ ਇੱਕ ਸਵਾਲ ਇੱਥੇ ਹੋਰ ਹੈ, ਇੱਕ ਜੋ ਇਨਡਾਇਰੈਕਟ ਰੂਟ ਜੋ ਹੈ ਬਹੁਤ ਚੱਲਿਆ ਹੋਇਆ ਹੈ, ਬਹੁਤ ਸਾਰੇ ਜੋ ਸਟੂਡੈਂਟਸ ਨੇ, ਜੋ ਲੋਕ ਨੇ, ਇਸ ਬਾਰੇ ਬਹੁਤ ਸਵਾਲ ਕਰ ਰਹੇ ਨੇ, ਆਖਿਰ ਉਹ ਹੈ ਕੀ?
ਬਿਕਾਜ਼ ਸਾਡਾ ਅੱਜ ਇਮੀਗ੍ਰੇਸ਼ਨ ਦੇ ਨਾਲ ਵੀ ਹੈਵ ਟਰੈਵਲ ਕੰਪਨੀ ਆਲਸੋ, ਜਿਹਦੇ ਵਿੱਚ ਅਸੀਂ ਫਲਾਈਟਸ ਬੁੱਕ ਕਰਦੇ ਹਾਂ, ਕੁਆਰੰਟੀਨ ਹੋਟਲ ਬੁੱਕ ਕਰਦੇ ਹਾਂ। ਇਨਡਾਇਰੈਕਟਲੀ ਰੂਟ ਦੇ ਲਈ ਬੜੇ ਫੋਨ ਆ ਰਹੇ, ਕਈ PR ਸਿਟੀਜ਼ਨ ਬੰਦੇ ਵੀ ਫਸੇ ਹੋਏ ਨੇ। ਵੈਸੇ ਨਾਰਮਲੀ ਤਾਂ ਇੰਡੀਆ 'ਚ ਹੁਣ ਕੋਈ ਆ ਨਹੀਂ ਰਿਹਾ ਜੋ ਵਕੇਸ਼ਨਸ ਮੈਰਿਜਸ ਲਈ ਆ ਰਿਹਾ, ਕਿਸੇ ਨੂੰ ਐਮਰਜੈਂਸੀ ਹੈ, ਕਿਸੇ ਦੀ ਡੈਥ, ਦੇ ਆਰ ਸਟਕਡ ਹੇਅਰ। ਸੋ ਇਨਡਾਇਰੈਕਟ ਰੂਟ ਉਹਨਾਂ ਨੇ ਕੀ ਦਿੱਤਾ ਵਾ ਕਿ ਅਗਰ ਲਾਈਕ ਆਈ ਹੈਵ US ਵੀਜ਼ਾ, ਮੈਂ US ਦੇ ਵਿੱਚ ਜੀ ਕੈਨੇਡਾ ਜਾਣਾ, ਪਹਿਲਾਂ ਤੁਹਾਡਾ ਟੈਸਟ ਇੰਡੀਆ ਹੋਏਗਾ ਕੋਵਿਡ ਦਾ, ਦੈਨ ਤੁਹਾਡਾ US ਦੇ ਵਿੱਚ ਕੋਵਿਡ ਟੈਸਟ ਹੋਏਗਾ। ਕਿਸੇ ਨੇ ਦੁਬਈ 'ਚ ਹੀ ਜਾਣਾ, ਕਿਸੇ ਨੇ ਐਮਸਟਰਡੈਮ 'ਚ ਹੀ ਜਾਣਾ ਯੂਰਪ, ਦੈਨ ਤੁਹਾਡਾ ਜਿਹੜੀ ਲੈਂਡਿੰਗ ਪੋਰਟ ਆ, ਫਸਟ ਪੋਰਟ ਆ, ਉਹਦੇ ਉੱਪਰ ਤੁਹਾਡਾ ਕੋਵਿਡ ਟੈਸਟ ਹੋਏਗਾ। ਅਗਰ ਕੋਵਿਡ ਪੋਜ਼ਿਟਿਵ ਆ ਗਿਆ ਦੈਨ ਤੁਹਾਨੂੰ ਉੱਥੇ 14 ਦਿਨ ਕੁਆਰੰਟੀਨ ਕਰਨਾ ਪਏਗਾ, ਫਿਰ ਤੁਹਾਡਾ ਕੋਵਿਡ ਟੈਸਟ ਹੋਏਗਾ। ਇਫ ਯੂ ਆਰ ਨੈਗੇਟਿਵ ਦੈਨ ਓਨਲੀ ਯੂ ਕੈਨ ਐਂਟਰ ਇਨ ਕੈਨੇਡਾ। ਉੱਥੇ ਜਾ ਕੇ ਤੁਹਾਨੂੰ ਫਿਰ ਉਹ 3 ਦਿਨ ਦਾ ਹੋਟਲ ਮੈਂਡੇਟਰੀ ਸਟਾਪ। ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈ ਔਰ ਜੋ ਵਾਪਸ ਜਾਣਾ ਚਾਹੁੰਦੇ ਨੇ। ਇਹ US ਦੇ ਲਈ ਆ ਮੋਸਟਲੀ। US ਐਂਟਰੀ ਨਹੀਂ ਦਿੰਦਾ ਬੱਚੇ ਨੂੰ ਜਾਂ ਕਿਸੇ ਵੀ ਪਰਸਨ ਨੂੰ ਕਿ ਉਹਦੇ ਕੋਲ ਅਗਰ ਫੋਰ ਐਗਜ਼ਾਮਪਲ ਆਪਾਂ ਲੈ ਲਈਏ ਕਿ ਬਾਇਆ ਐਮਿਰੇਟਸ ਦੁਬਈ ਜਾਣਾ ਜਾਂ ਬਾਇਆ ਯੂਰਪ ਜਾਣਾ, ਉੱਥੇ ਵੀਜ਼ੇ ਦੀ ਰਿਕੁਆਇਰਮੈਂਟ ਨਹੀਂ ਹੁੰਦੀ 72 ਘੰਟੇ ਤੱਕ। 48 ਆਈ ਥਿੰਕ ਜਾਂ 72, ਉਹ ਮੈਂ ਆਈ ਥਿੰਕ ਆਈ ਹੈਵ ਟੂ ਚੈੱਕ ਇਟ ਡਾਊਨ, ਕਿ ਉੱਥੇ ਲੋੜ ਨਹੀਂ ਹੁੰਦੀ ਟ੍ਰਾਂਜ਼ਿਟ ਵੀਜ਼ੇ ਦੀ। ਅਗਰ ਤੁਸੀਂ 72 ਆਵਰਸ ਤੋਂ ਜ਼ਿਆਦਾ ਟਾਈਮ ਰਹਿਣਾ ਦੈਨ ਯੂ ਨੀਡ ਟੂ ਗੈਟ ਅ ਵੀਜ਼ਾ। ਬਟ US ਦਾ ਅਲੱਗ ਹੀ ਰੂਲ ਆ ਕਿ ਅਗਰ ਤੁਸੀਂ ਸਾਡੇ US ਨੂੰ ਕ੍ਰਾਸ ਕਰਨਾ ਦੈਨ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ। ਸੋ ਇੱਧਰ ਤਾਂ ਬਾਇਆ US ਤਾਂ ਉਹੀ ਜਾ ਸਕਦੇ ਨੇ ਜਾਂ ਤਾਂ ਕੈਨੇਡੀਅਨ ਸਿਟੀਜ਼ਨ ਹੋਣ, ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ, ਤਾਂ ਬਾਕੀ ਟੈਂਪਰੇਰੀ ਜਾਂ PR ਵਾਲਿਆਂ ਨੂੰ ਵੀਜ਼ੇ ਦੀ ਲੋੜ ਆ। ਤੇ ਬਾਕੀ ਜਿਹੜੇ ਬਾਇਆ ਰੂਟ ਨੇ ਆਈਦਰ ਯੂਰਪ ਆ, ਦੁਬਈ ਜਾਂ ਆਬੂ ਧਾਬੀ, ਉਹਨਾਂ ਦਾ ਉੱਥੇ ਸੋ ਜੋ ਇਨਡਾਇਰੈਕਟ ਰੂਟ ਹੈ ਉਸ ਤੋਂ ਬਚਣ ਦੀ ਲੋੜ ਹੈ ਕਿ ਨਹੀਂ। ਅਗਰ ਜਿਹੜੇ ਪਰਮਾਨੈਂਟ ਨੇ ਬੱਚੇ ਜਾਂ ਕੋਈ ਵੀ ਇੱਥੇ ਸਟਕ ਨੇ ਜਾਂ ਸਿਟੀਜ਼ਨ ਨੇ, ਦੇ ਕੈਨ ਗੋ ਫਰੋਮ ਦਿਸ ਰੂਟ, ਬਟ ਉਹਨਾਂ ਦਾ ਉੱਥੇ ਕੋਵਿਡ ਟੈਸਟ ਹੈ। ਮਤਲਬ ਜੋ ਮਿਸਗਾਈਡ ਨਾ ਹੋਣ ਸਟੂਡੈਂਟਸ, ਕਿਉਂਕਿ 에ਅਰਲਾਈਨਾਂ ਦੇ ਵਿੱਚ ਵੀ ਉਹੀ ਫਿਰ ਗੱਲ ਆ ਜਾਂਦੀ, ਪੈਸੇ ਬੜੇ ਫਸੇ ਪਏ ਨੇ। ਹੁਣ ਸਾਡੇ 2-3 ਬੱਚਿਆਂ ਨੇ ਡਾਇਰੈਕਟ ਫਲਾਈਟ ਕਰਾ ਲਈ, ਉਹਨਾਂ ਨੂੰ ਅਸੀਂ ਕਿਹਾ ਸੀ ਕਿ ਨਾ ਕਰਾਓ, ਬਟ ਉਹਨਾਂ ਨੇ ਵਾਇਆ ਆਈ ਥਿੰਕ ਐਮਿਰੇਟ ਇਤਿਹਾਦ ਕਰਾ ਲਈ। ਉਹ ਕਿਉਂਕਿ ਉਹ ਫਲਾਈਟਸ ਆਨਲਾਈਨ ਸ਼ੋ ਹੋ ਰਹੀਆਂ ਨੇ, ਬਟ ਉਹ ਇੱਕ ਤਰ੍ਹਾਂ ਦਾ ਗੁੰਮਰਾਹ। ਉਹ ਫਲਾਈਟ ਆਨਲਾਈਨ ਸ਼ੋ ਹੁੰਦੀ 40,000 ਦੀ, ਉਹ ਬੁੱਕ ਕਰ ਲੈਂਦੇ, ਮੁੜ ਕੇ ਜੀ ਉਹਨਾਂ ਨੇ 40 ਦਾ ਰੀਫੰਡ ਨਹੀਂ ਕਰਨਾ। ਉਹ ਕਹਿੰਦੇ ਜਾਂ ਸਾਤੋਂ ਰੀਸਕੈਜੂਲ ਕਰਾ ਲਓ, ਐਕਸਟੈਂਸ਼ਨ ਲੈ ਲਓ, ਜਾਂ ਅਸੀਂ ਤੁਹਾਨੂੰ ਕ੍ਰੈਡਿਟ ਦੇ ਦਿੰਨੇ ਆ ਕਿ ਫਿਊਚਰ 'ਚ ਤੁਸੀਂ 5 ਸਾਲ ਕਿਤੇ ਟਰੈਵਲ ਕਰੋਗੇ ਤਾਂ 40,000 ਸਾਡੇ ਕੋਲ ਤੁਹਾਡਾ ਪੇ ਆਓ। ਸੋ ਇਟਸ ਬੈਟਰ ਕਿ ਕਿਸੇ ਤੋਂ ਵੀ ਟਿਕਟ ਲਓ, ਬਟ ਪਹਿਲਾਂ ਸਾਰਾ ਉਹਨਾਂ ਦੀ ਵੈਬਸਾਈਟਸ ਤੇ ਅਪਲੋਡ ਆ। 에ਅਰ ਕੈਨੇਡਾ ਨੇ ਵੀ ਅਪਲੋਡ ਕਰਤਾ। ਹੁਣ ਟਵਿੱਟਰ ਤੇ ਹਰ ਇੱਕ ਚੀਜ਼ ਟਵੀਟ ਕਰਦੇ ਆ ਕੈਨੇਡੀਅਨ ਇਮੀਗ੍ਰੇਸ਼ਨ। ਉਹਨਾਂ ਨੇ ਇਨਡਾਇਰੈਕਟਲੀ ਰੂਟ ਦਾ ਵੀ ਕਿਹਾ ਕਿ ਤੁਹਾਡਾ ਰਿਪੋਰਟ ਜਿਹੜੀ ਨੈਗੇਟਿਵ ਹੋਣੀ ਚਾਹੀਦੀ ਹੈ। ਸੋ ਦੈਟਸ ਇਟ। ਸੋ ਬਿਲਕੁਲ ਸਟੂਡੈਂਟਸ ਨੂੰ ਡਰਨ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਦੀ ਜੋ ਇਨਫੋਰਮੇਸ਼ਨ ਅੱਜ ਸਾਂਝੀ ਕੀਤੀ ਗਈ ਹੈ ਮਨਵੀਰ ਮਾਂਗੜ ਜੀ ਦੇ ਵੱਲੋਂ, ਉਸ 'ਤੇ ਕੰਮ ਕਰੋ। ਅਗਰ ਤੁਸੀਂ ਕਿਤੇ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜੋ ਏਜੰਟ ਹੈ ਉਸਦਾ ਬੈਕਗਰਾਉਂਡ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਜੋ ਕੈਨੇਡਾ ਦਾ ਜੋ ਕੈਨੇਡੀਅਨ ਇਮੀਗ੍ਰੇਸ਼ਨ ਦਾ ਨਵਾਂ ਰੂਲ ਆਇਆ ਉਹ ਵੀ ਬੇहद ਫਾਇਦੇਮੰਦ ਹੈ ਸਟੂਡੈਂਟਸ ਲਈ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਬਹੁਤ ਇਨਫੋਰਮੇਸ਼ਨ ਵੈਲਿਊਏਬਲ ਤੁਸੀਂ ਸਾਂਝੀ ਕੀਤੀ ਹੈ। ਧੰਨਵਾਦ।